हम नीमी प्रभ अत ऊंचा। क्यों कर मिलिया जाई राम। गुर मिली बहु कृपा तवारी। हर कै शब्द सुभाई राम। मिल शब्द सुभाए आप गवाई। रंग स्यों रलिया माणी। सेज सुखाली जान प्रभ पाया। हर हर नाम समाने। नानक सुहागन सावड़ भागी। जे चलै सतगुर पाइए। हम नीवी प्रभ अत ऊंचा। क्यों कर मिलिया जाए राम। हम नीवी प्रभ अत ऊंचा। क्यों कर मिलिया जाए राम। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र निੱਘੀ गोद ਦਾ आनंद माण रहे गुरु प्यारिओ। आप सारे ही धनता दे जोग हो, बड़े भाग ने। आओ गुरु की पावन बाणी राग सूही तीजे पातशाह दी बख्शिश। सतगुरु पातशाह जी मेहर करन आपां गुरबाणी नूं समझ सकीए ते अपनी जिंदगी दे विच समझण तो बाद वरतण दा ढंग आ जावे। ये उस अकाल पुरख वाहिगुरु अगे बेनती करनी है। साहब सच्चे पातशाह जरूर रहमत करनगे, बख्शिश करनगे। गुरबाणी दी विचार आरंभ करन तो पहला आपस विच गुरफतेह दी सांझ पाउणी प्रेम भावना सत्कार सहित बोलना जी। आखियो वाहिगुरु जी का खालसा वाहिगुरु जी की फतेह। अज दा जो आपां सूही राग दे विचों तीजे पातशाह जी दे पावन शब्द दे विचों एक बंद पढ़िया है। उस बंद दे विच धन गुरु अमरदास महाराज जी की जिक्र करते ने। सतगुरां ने बड़ी रहमत बख्शिश कीती है। उत्थे गल कीती है नीवेपण दी। हुण अज दे समय विच साडी सारियां दी जां इउं कह लो बिरलिਆਂ ਨੂੰ छड्ड के बहुती मनुखता दी जिहड़ी सोच है वो उहनूं ये नहीं कह रही भी तू मन जा भी मैं नीवा ना, उल्टा पूरे दे पूरे शरीर नूं इस आहार विच लाउंदी आ भी ये नहीं मनना मैं नीवा मेरा साहिब उच्चा। ये नहीं मनना। बस तू किसी भी अदारे च काम करदा, पातशाह जी कहंदे ना
ਇੱਕ ਗੱਲ ਧਿਆਨ 'ਚ ਰੱਖੀ ਵੀ ਜੇ ਤੂੰ ਮੰਨ ਗਿਆ ਵੀ ਹਾਂ ਮੈਂ ਨੀਵਾ, ਤੇਰੇ ਤੇ ਕਿਰਪਾ ਜ਼ਰੂਰ ਹੋਵੇਗੀ। ਜੇ ਤੂੰ ਨਹੀਂ ਮੰਨੇਗਾ ਤਾਂ ਸੱਚ ਇਹ ਆ, ਇੱਕ ਦਿਨ ਤੇਰੇ ਜੀਵਨ ਦੇ ਵਿੱਚ ਅਜਿਹਾ ਦਿਨ ਵੀ ਆ ਸਕਦਾ ਵੀ ਤੈਨੂੰ ਸਰਟੀਫਿਕੇਟ ਹੱਥ ਵਿੱਚ ਮਿਲ ਜਾਵੇਗਾ, ਨਾਮ ਕੱਟਿਆ ਜਾਵੇਗਾ ਕਿਸੇ ਸੰਸਥਾ, ਕਿਸੇ ਅਦਾਰੇ ਵਿੱਚ, ਕਿਸੇ ਸਕੂਲ, ਯੂਨੀਵਰਸਿਟੀ ਦੇ ਵਿੱਚ, ਜਿੱਥੇ ਜਾ ਕੇ ਤੂੰ ਨੀਵੇਂਪਣ ਦੇ ਵਿੱਚੋਂ ਉੱਚੇਪਣ ਵੱਲ ਤੁਰ ਪਿਆ। ਤੇ ਨਹੀਂ, ਨੀਵੇਂਪਣ ਦੇ ਵਿੱਚ ਬੜੀ ਬਖਸ਼ਿਸ਼ ਆ। ਨੀਵਾਂ ਕਿਵੇਂ ਰਹਿਣਾ, ਇਹ ਆਪਾਂ ਗੁਰੂ ਤੋਂ ਸਿੱਖਣਾ। ਅੱਜ ਸਾਡੇ ਜੀਵਨ ਦਾ ਨੀਵਾਂਪਣ ਗੁਰਮਤਿ ਮੁਤਾਬਕ ਕਿਹੋ ਜਿਹਾ ਹੋਵੇ। ਨੀਵੇਂ ਤਾਂ ਸਾਰੀ ਹੁੰਨੇ ਆਪਾਂ, ਕੋਈ ਸ਼ੱਕ ਨਹੀਂ ਦੇ ਚ। ਸ਼ਿਕਾਰੀ ਵੀ ਸ਼ਿਕਾਰ ਖੇਡਣ ਵੇਲੇ ਬਿਲਕੁਲ ਧਰਤੀ ਤੇ ਲੰਬਾ ਲੇਟ ਜਾਂਦਾ ਹੈ, ਪਰ ਉਹਦਾ ਨੀਵਾਂ ਹੋਣਾ ਦੁਨੀਆ ਨੂੰ ਖਤਮ ਕਰਨਾ। ਬਹੁਤੇ ਦੁਨੀਆ ਦੇ ਵਿੱਚ ਅਜਿਹੇ ਮਨੁੱਖ ਨੇ ਜਿਹੜੇ ਝੁਕਦੇ ਨੇ, ਪਰ ਉਹਨਾਂ ਦੇ ਨੀਵੇਂਪਣ 'ਚ ਝੁਕਣ ਦੇ ਵਿੱਚ ਹੀ ਬਹੁਤ ਵੱਡਾ ਨੁਕਸਾਨ। ਇੱਕ ਉਹ ਨੇ ਜਿਹੜੇ ਸ਼ਾਇਦ ਸਰੀਰ ਕਰਕੇ ਭਾਵੇਂ ਨਹੀਂ ਝੁਕਦੇ, ਪਰ ਉੱਦਾਂ ਦੁਨੀਆ ਦੇ ਵਿੱਚ ਰਹਿੰਦੇ, ਉਹਨਾਂ ਦਾ ਵਿਹਾਰ, ਉਹਨਾਂ ਦੀ ਆਪਸੀ ਬੋਲ ਚਾਲ ਉਹ ਬੜੀ ਵਧੀਆ। ਉਹ ਨਿਮਰਤਾ ਦੇ ਅਧੀਨ ਜ਼ਿੰਦਗੀ ਜਿਉਂਦੇ ਨੇ। ਕੱਲ੍ਹ ਦੀ ਵਿਚਾਰ ਵੀ, ਪਰਸੋਂ ਦੀ ਵੀ ਇਹੀ ਸੀ, ਨਿਵ ਨਿਵ ਲਾਗੂ ਪਾਈ ਜੀਓ। ਸੋ ਪਾਤਸ਼ਾਹ ਨੇ ਇੱਥੇ ਜ਼ਿਕਰ ਕੀਤਾ, ਹਮ ਨੀਵੀਂ, ਹਮ ਤੋਂ ਭਾਵ ਮੈਂ ਨੀਵੀਂ, ਹਮ ਨੀਵੀਂ, ਪ੍ਰਭ ਅਤ ਉੱਚਾ, ਮੇਰਾ ਮਾਲਕ ਬਹੁਤ ਉੱਚਾ। ਤੇਰੇ ਕਾਬਨ ਕਾਬਨ ਗੁਣ ਕਹਿ ਕਹਿ ਗਾਵਾਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਹੁਣ ਇੱਥੇ ਮੈਂ ਛੋਟੀ ਜਿਹੀ ਵਿਚਾਰ ਆਪਸ ਨਾਲ ਸਾਂਝੀ ਕਰਾਂਗਾ। ਅੱਜ ਬਹੁਤੀ ਦੁਨੀਆ ਦਾ ਖਿਆਲ ਆ, ਥੋੜਿਆਂ ਦਾ ਨਹੀਂ। ਕਦੇ ਸਮਾਂ ਸੀ ਹਰ ਇੱਕ ਪ੍ਰਚਾਰਕ ਨੂੰ ਅਗਿਆਨਤਾ ਦੇ ਵਿਰੁੱਧ ਬੋਲਣਾ ਪੈਂਦਾ, ਹੁਣ ਵੀ ਬੋਲਦੇ ਆ, ਬੋਲਣ ਦੀ ਲੋੜ ਵੀ ਹੈ। ਸਮਝਾਇਆ ਕੀ ਜਾਂਦਾ ਸੀ ਵੀ ਅਗਿਆਨਤਾ ਚੋਂ ਨਿਕਲੋ, ਗਿਆਨਵਾਨ ਬਣੋ, ਪਰ ਹੁਣ ਇੰਨੇ ਕੋ ਬਣ ਗਏ ਵੀ ਅਸੀਂ ਗੁਰੂ ਤੇ ਵੀ ਯਕੀਨ ਨਹੀਂ ਕਰਦੇ, ਗੁਰੂ ਦੀ ਗੱਲ ਨਹੀਂ ਕਰਦੇ, ਗੁਰੂ ਦੀ ਗੱਲ ਨੂੰ ਪਾਸੇ ਕਰ ਦਿੱਤਾ, ਆਪਣੀ ਗੱਲ ਮੁੱਖ ਰੱਖ ਲਈ। ਜਿਹਨੂੰ ਆਪਾਂ ਆਸਾਵਾਦੀ ਨਹੀਂ, ਚੰਗੀ ਸੋਚ ਵਾਲਾ, ਨਿਮਰਤਾ ਦੇ ਅਧੀਨ ਰਹਿਣ ਵਾਲਾ ਨਹੀਂ, ਉਹਦੀ ਜ਼ਿੰਦਗੀ 'ਚ ਆਪਣੇ ਆਪ ਨੂੰ ਬੜਪਣ ਆ ਗਿਆ, ਉਹਦੇ ਵੱਡੇਪਣ ਨੇ ਉਹਨੂੰ ਖਤਮ ਕਰ ਦਿੱਤਾ। ਕੀ ਕਰਦਾ ਫਿਰ? ਉਹ ਕਹਿੰਦਾ ਜੋ ਕੁਝ ਹੈ ਬੰਦਾ ਹੈ, ਜੋ ਕੁਝ ਹਾਂ ਮੈਂ ਹਾਂ, ਗੁਰੂ ਦਾ, ਪਰਮਾਤਮਾ ਦਾ ਕੋਈ ਰੋਲ ਨਹੀਂ ਹੈ। ਨਾਮ ਜਪੋ ਨਾ ਜਪੋ, ਬਾਣੀ ਪੜ੍ਹੋ ਨਾ ਪੜ੍ਹੋ, ਬਾਣੀ ਪੜ੍ਹਨੀ ਤਾਂ ਕਹਿੰਦਾ ਕੋਈ ਵੱਡੀ ਗੱਲ ਨਹੀਂ, ਕੋਈ ਖਾਸ ਗੱਲ ਨਹੀਂ। ਮਤਲਬ ਕਿਹੜੇ ਪੱਖ ਤੋਂ? ਵੀ ਇਹ ਤਾਂ ਕਾਗਜ਼ ਆ, ਕਾਗਜ਼ ਤੇ ਲਿਖੇ ਹੋਏ ਅੱਖਰ ਨੇ। ਇੱਥੋਂ ਤੱਕ ਵੀ ਕਹਿ ਦਿੱਤਾ ਕਿਹਨੇ? ਇੱਕ ਅਗਿਆਨਤਾ ਦੇ ਮਾਰਗ ਵਿੱਚੋਂ ਚੱਲੇ ਹੋਏ ਮਨੁੱਖ ਨੇ ਗਿਆਨ ਦੇ ਮਾਰਗ ਵਿੱਚ ਆਪਣੇ ਆਪ ਨੂੰ ਰੋਕਿਆ ਨਹੀਂ, ਅਤੇ ਇੰਨਾ ਕੋ ਅਪਗ੍ਰੇਡ ਹੋ ਗਿਆ, ਇੰਨਾ ਕੋ ਅੱਗੇ ਵੱਧ ਗਿਆ ਵੀ ਉਹ ਗੁਰੂ ਤੇ ਪਰਮਾਤਮਾ ਤੇ ਟਿੱਪਣੀ ਕਰਨ ਲੱਗ ਗਿਆ। ਇਹ ਤਾਂ ਕਹਿਣੀ ਭੁੱਲ ਗਿਆ ਵੀ ਮੈਂ ਨੀਵਾ, ਮੇਰਾ ਪ੍ਰਭ ਉੱਚਾ। ਜੇ ਤਾਂ ਗੱਲ ਉਹਦੇ ਦਿਮਾਗ 'ਚੋਂ ਹੀ ਨਿਕਲ ਗਈ। ਦਿਮਾਗ ਦੇ ਵਿੱਚੋਂ ਗੱਲ ਕਦੋਂ ਨਿਕਲਦੀ ਹੈ? ਦੋ ਪੱਖਾਂ ਤੇ, ਜਾਂ ਤਾਂ ਜਦੋਂ ਅਸੀਂ ਮੂਰਖ ਹਾਂ, ਵੀ ਸਾਡੀ ਦਿਮਾਗ ਦੀ ਪਕੜ ਘੱਟ ਆ, ਜਾਂ ਜਦੋਂ ਅਸੀਂ ਢੀਠ ਹੋ ਗਏ, ਜਦੋਂ ਅਸੀਂ ਕਿਸੇ ਦੀ ਦਾਨੇ ਪੁਰਖ ਦੀ ਕਹੀ ਹੋਈ ਗੱਲ ਨੂੰ ਅਣਸੁਣਿਆ ਕਰਤਾ, ਜਾਂ ਅਸੀਂ ਘੱਟ ਬੁੱਧੀ ਦੇ ਮਾਲਕਾਂ, ਸੁਚੇਤ ਨਹੀਂ ਹਾਂ, ਅਸੀਂ ਮੂਰਖਪਣ ਦੇ ਵਿੱਚ ਜ਼ਿੰਦਗੀ ਜਿਉਂਦੇ ਹਾਂ, ਉਦੋਂ ਸਾਡੇ ਦਿਮਾਗ 'ਚੋਂ ਗੱਲ ਨਿਕਲ ਜਾਂਦੀ। ਜਿਹੜਾ ਬੰਦਾ ਰੱਬੀ ਨਿਯਮ ਦੇ ਮੁਤਾਬਕ ਜ਼ਿੰਦਗੀ ਜਿਉਂਦਾ, ਉਹਦੇ ਦਿਮਾਗ 'ਚੋਂ ਗੱਲ ਨਿਕਲਦੀ ਨਹੀਂ। ਜਿਹਨੂੰ ਭਾਵੇਂ ਉਹ ਮੰਨ ਲਓ ਜ਼ਿੰਮੇਵਾਰੀਆਂ ਨਾ, ਉਹਨੂੰ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕੀ ਕਰਨਾ, ਕੀ ਖਰੀਦਣਾ, ਉਹਨੂੰ ਲਿਸਟ ਬਣਾਉਣ ਦੀ ਲੋੜ ਨਹੀਂ।
ਉਹਦੇ ਧਿਆਨ 'ਚ सब कुछ लोड़ आ। इसे करके सतगुरु पातशाह जी कहते ना, फिर असी ये नहीं भी जान ਜਾਂ अनजान पुण्य च काम कर रहे हैं, बड़ी गहरी सोच गहरे तल ते जाके अपनी चलाकी नूं मुख रख के फिर ये काम किया जा रहा है। जिहड़ी गल आपां कही सी ना भी आपां कहणी भुल गए, मैं नीवीं मेरा प्रभ ऊंचा, वो ऐ आम ऊंचा हैगा, वो अत ऊंचा, ओदा उच्चे दा अंत नहीं है। अत ऊंचा तां का दरबार, वो परमात्मा दा तां रब्बी दरबार भी एडा वड्डा हैगा, उहदे दरबार वर्गा होर दुनिया दे विच कोई दरबार नहीं है। एडा उच्चा उहदा दरबार आ। अच्छा, जे उहदा दरबार उच्चा गा तो खुद आप भी उच्चा, पर असी इन्ने को नास्तिक हो गए, इन्ने का अपग्रेड हो गए, असी मननों ही हट गए। पर ये सोचण वाली गल आ, मनना जरूर पवेगा। साडा जन्म उहदे हुक्म च आ, मौत उहदे हुक्म च आ। वाहिगुरू भला करे, वो कहंदा नहीं, जन्म भी अपने हथ च आ ते मौत भी अपने हथ च नहीं। विद कारण कोई बन सकदा जन्म दा ते मौत दा, कारण कोई बन सकदा पर है परमात्मा दे हथ च। जिन्हों कहने आ वो है ही नहीं, ਉਹਦੇ हथ च आ। ਜਿਹੜੇ पत्थरां नूं मड़ियां मसाणां नूं कबरां नूं पूजदे ने वो भी गलत ने, ते ਜਿਹੜੇ अपग्रेड हो गए वो भी गलत ने। गुरु एक बहुत सोहनी जिंदगी बख्शदा, जिस जिंदगी दे विच रहिंदियां होइयां आसे पासे वेखदियां चल तुर तूं, इदां अपने आप नूं रोक भी ना ते अपने आप नूं इन्ना भी ना भजा भी किते दम चढ़ जावे। आपां नूं पता जिहड़ा सहजे सहजे तुरदा वो मंजिल ते पहुंच जांदा, अपने टिकाणे ते अपने घर च पहुंच जांदा। जिहड़ा सहे वांगू तेज तुरदा ना वो हफो निकल जांदा, दमों रुक जांदा। रुकिया होया फेल है, चलदा फेल नहीं है। कदे तुसीं सोचियागा भी धरती सूरज के दुआले घूमदी है, चलो मान लो इस गल दा आपां नूं पता, विग्यानक तत्थ दे मुताबक ते गुरु दी मत दे अनुसार भी कदे धरती कवे जेड़ा गेड़ा मैं 24 घंटिया जां 12 घंटिया लाउणी आ ना, 5-7 मिनटां विचों गेड़ा कढ के ते उदों बाद मैं वेली हो जावां, लोड़ ही नहीं है, फिर मैं मौज नाल आराम करांगी। कदे सोचिया? धरती नूं कहल नहीं है, वो कहंदी नहीं, जो वाहिगुरू ने निजम दिता वो निजम दे विच मैं अपना चक्कर पूरा कर रही हाँ, कट रही हाँ। कदे भी इस धरती दे अंदर इदां दा ख्याल नहीं आया भी जेड़ा गेड़ा 12-24 घंटिया विच मैं कटदी हाँ उहनूं मैं 24 मिनटां च कट देवां, 12 मिनटां च कट देवां। वो धरती ने कदे सोचा नहीं। केवल एक होशियार जां चलाक बिरती दा मनुखा जेड़ा कहंदा भी मैं अपनी जिंदगी दे सारे काम मिनटों मिनट खत्म कर देवां। इनू की कहा जाता? बंदे दी अपने अंदर दी चलाकी, पर वो चलाकी करने वाला फेल हो जाता। चलो वाहिगुरू भला करे। अपना विशा भी आपां नीवें बनना, पर बनना गुरु नूं पुछ के आ। उदां असीं नीवें हाँ नहीं, गुरु ने सानू खालसे बनाया, गुरु ने सानू विद्यार्थी बहुत सोहणे बनाया। बाबे नानक ने अपने पुत बनाया, ते जिहड़ा बाबे नानक दा पुत आ वो ये थोड़ी आ भी दुनिया दे विच उहदे वर्गा कोई होर हो सकदा ते वो नीवां होवेगा। ਉਹਦੇ घर के हालात, ਉਹਦੇ ਸਰੀਰਕ हालात, ਉਹਦੇ अध्यात्मक हालात डाउन होणगे नहीं। पातशाह जी कहते रहेगा तू खालसा, रहेगा सरदार, रहेगा तू कौमी फरिश्ता, कोई शक नहीं दे विच, पर तैनूं मैं नीवें होण दी भाव थोड़ी जांच सिखा देवांगा। चलो फिर पातशाह जी कहते ने हम नीवी प्रभ अत ऊंचा क्यों कर मिलिया जाए राम। मैं नीवी हाँ, मेरा वाहिगुरू बहुत उच्चा, वो मेरा मालक ना बड़ा ही उच्चा, बड़ा बड़ा, मैं उन्हें किवें मिला? एक प्रश्न आ, मैं वो मालक नूं दाता जी नूं किवें मिला? उदाहरण भी बच्चे ने
ਬਾਪ ਦੇ ਮੋਢਿਆਂ ਤੇ ਹੱਥ ਲਾਉਣਾ। ਹੁਣ ਬੱਚਾ ਕਹਿ ਰਿਹਾ ਮੇਰਾ ਬਾਪੂ ਮੈਥੋਂ ਵੱਡਾ। ਕਦੋਂ ਕਹਿੰਦਾ? ਜਦੋਂ ਉਹ ਧਰਤੀ ਦੇ ਤਲ ਤੇ ਖੜਾ ਆਪਣੇ ਬਾਪੂ ਵਾਂਗੂ। ਮੈਂ ਤੇਰੇ ਮੋਢਿਆਂ ਤੇ ਹੱਥ, ਤੇਰੇ ਸਿਰ ਤੇ ਹੱਥ ਨਹੀਂ ਲਾ ਸਕਦਾ। ਕਿਉਂ? ਤੂੰ ਵੱਡਾ, ਮੈਂ ਛੋਟਾ, ਮੈਂ ਨੀਵਾਂ, ਤੂੰ ਉੱਚਾ। ਅੱਛਾ, ਜੇ ਇੱਕ ਬੱਚਾ ਇਹ ਗੱਲ ਕਹਿੰਦਾ ਗਾ, ਉਹ ਬੱਚਾ ਸਿਆਣਾ। ਇੱਕ ਬੱਚਾ ਚਲਾਕ ਆ, ਉਹ ਵੀ ਆ ਜਿਸ ਨੂੰ ਬਾਪੂ ਨੇ ਪਿਆਰ ਦੇ ਨਾਲ ਪਿਆਰ ਦੇ ਨਾਲ, ਬਾਪੂ ਦੀ ਭਾਵਨਾ ਨਹੀਂ ਮਾੜੀ, ਬਾਪੂ ਦਾ ਦਿਲ ਨਹੀਂ ਬਾੜਾ, ਬਾਪੂ ਦੀ ਸੋਚ ਨਹੀਂ ਮਾੜੀ। ਬਾਪੂ ਨੇ ਪਿਆਰ ਦੇ ਨਾਲ ਆਪਣੇ ਉਸੇ ਪੁੱਤ ਨੂੰ ਮੋਢਿਆਂ ਤੇ ਵਹਾ ਲਿਆ। ਤੇ ਉਹਨੇ ਕੀਤਾ, ਉਹਨੇ ਕਹਿਣਾ ਸ਼ੁਰੂ ਕਰਤਾ, ਕਹਿੰਦਾ ਦੇਖੋ ਦੇਖੋ ਲੋਕੋ, ਕਹਿੰਦਾ ਮੈਂ ਆਪਣੇ ਬਾਪੂ ਨਾਲੋਂ ਵੀ ਵੱਡਾ ਹੋ ਗਿਆ। ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਨਾ, ਬਾਪੂ ਨੂੰ ਵੱਡਾ ਹੋ ਗਿਆ। ਹਾਲਾਂਕਿ ਬਾਪੂ ਨਾਲੋਂ ਵੱਡਾ ਨਹੀਂ ਹੋਇਆ, ਬਾਪੂ ਦੇ ਮੋਢਿਆਂ ਤੇ ਬੈਠ ਕੇ ਵੱਡਾ ਹੋਇਆ। ਬਾਪੂ ਨਾਲੋਂ ਉੱਚਾ ਨਹੀਂ ਹੈ, ਬਾਪੂ ਨਾਲੋਂ ਨੀਵਾਂ, ਪਰ ਬਾਪੂ ਦੇ ਮੋਢਿਆਂ ਤੇ ਬੈਠ ਕੇ ਉੱਚਾ ਹੋ ਗਿਆ। ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇੱਧਰ ਉੱਧਰ ਆਪਣੇ ਆਸੇ-ਪਾਸੇ ਜਾਂ ਖੁਦ ਆਪਾਂ ਆਪਣੀ ਤੇ ਇਸ ਗੱਲ ਨੂੰ ਲਾਈਏ, ਕਦੇ ਸਾਡੇ ਅੰਦਰ ਇਹ ਭਾਵਨਾ ਤਾਂ ਨਹੀਂ ਬਣ ਗਈ ਵੀ ਚਾਰ ਕੋ ਥੋੜੇ ਜਿਹੇ ਕਾਇਦੇ ਪੜ੍ਹ ਕੇ, ਜਾਂ ਅੱਜ ਤਾਂ ਪੜ੍ਹਨ ਦਾ ਕੰਮ ਰਿਵਾਜ ਆ, ਉਹ ਵੀ ਮੁੱਕ ਗਿਆ, ਸੁਣ ਲਓ ਬਸ। ਚਲੋ ਇੱਥੇ ਵਿਚਾਰ ਆ ਵੀ ਸੁਣਨਾ ਵੀ ਕਿਹਨੂੰ ਆ? ਗੁਰੂ ਨੂੰ ਸੁਣਨਾ, ਗੁਰੂ ਦੀ ਮੱਤ ਮੁਤਾਬਕ ਚੱਲਣ ਵਾਲੇ ਨੂੰ ਸੁਣਨਾ। ਜਿਹੜਾ ਗੁਰੂ ਤੋਂ ਉਲਟ ਚੱਲਦਾ, ਗੁਰੂ ਦੀ ਨਿੰਦਿਆ ਕਰਦਾ ਨਾ, ਉਹਨੂੰ ਕਦੇ ਵੀ ਨਹੀਂ ਸੁਣਨਾਗਾ। ਗੁਰੂ ਦੇ ਨਿੰਦਕਾਂ ਨੂੰ ਸੁਣੋ ਤੇ ਫਿਰ ਕੀ ਆ? ਕਹਿੰਦੇ ਫਿਰ ਬਸ ਬੱਲੇ ਬੱਲੇ ਆ ਗਈ, ਉਵੇਂ ਆਪਾਂ ਗਾਹਾਂ ਰਿਪੀਟ ਕਰ ਦਾਂਗੇ। ਆਪਾਂ ਕਿਹੜਾ ਅਦਲ ਬਦਲ ਕਰਨਾਗਾ। ਇਹਨੂੰ ਕੀ ਮੰਨਿਆ ਜਾਊਗਾ? ਆਪਾਂ ਇਹਨੂੰ ਮੰਨਾਂਗੇ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਬਾਪੂ ਬਾਰੇ ਸ਼ੁੱਧ ਗਿਆਨ ਨਹੀਂ ਹੋਇਆ। ਬਾਪੂ ਬਾਰੇ ਸ਼ੁੱਧ ਗਿਆਨ ਹੋ ਜਾਂਦਾ ਨਾ, ਫਿਰ ਉਹ ਬਾਪੂ ਤੇ ਟਿੱਪਣੀ ਨਹੀਂ ਸੀ ਕਰਦੇ। ਤੇ ਉਹਨਾਂ ਨੇ ਕੀ ਕਹਿਣਾ ਸ਼ੁਰੂ ਕਰਤਾ? ਮੈਂ ਬਾਪੂ ਨੂੰ ਵੱਡਾ, ਬਾਪੂ ਦੀ ਬਾਣੀ ਤਾਂ ਨੀਵੀਂ ਆ, ਮੇਰੀਆਂ ਕਵਿਤਾਵਾਂ ਵੱਡੀਆਂ ਨੇ। ਦੇਖੋ ਕਵਿਤਾਵਾਂ ਸੱਚੀਆਂ ਨੇਗੀਆਂ। ਇਹ ਕਵਿਤਾਵਾਂ ਤਾਂ ਕਾਨਾ, ਪੀਲੂ, ਸੱਜੂ, ਸ਼ਾਹ ਹੁਸੈਨ ਵੀ ਲੈ ਕੇ ਆਏ ਸੀ, ਫਿਰ ਗੁਰੂ ਨੇ ਪਾਸ ਨਹੀਂ ਕੀਤੀਆਂ। ਪਰ ਅਸੀਂ ਕੌਣ ਆ ਗਏ ਪਾਸ ਕਰਨ ਵਾਲੇ? ਫਿਰ ਮੰਨ ਲਓ ਆਪਾਂ ਤਾਂ ਗੁਰੂ ਦੀ ਬਾਣੀ ਨੂੰ ਪਿੱਛੇ ਕਰਕੇ ਕਹਿੰਦੇ ਆ ਵੀ ਗੁਰੂ ਦੀ ਬਾਣੀ ਛੋਟੀ ਆ, ਸਾਡੀ ਕਵਿਤਾ ਵੱਡੀ ਆ। ਰਾਮ ਰਾਏ ਜੋ ਆਪਾਂ ਨੂੰ ਪਤਾ ਨਾ, 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪੁੱਤਰ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੜੋਤਾ। ਤੇ ਉਹਨਾਂ ਨੇ ਦਿੱਲੀ ਦੇ ਵਿੱਚ ਔਰੰਗਜ਼ੇਬ ਦੀ ਚਾਪਲੂਸੀ ਲੈਣ ਦੀ, ਤੁਸੀਂ ਬੜੇ ਵਾਰੀ ਸਾਖੀ ਸੁਣੀ ਹੈ ਇਹ, ਔਰੰਗਜ਼ੇਬ ਦੀ ਚਾਪਲੂਸੀ ਦੇ ਸੰਬੰਧ ਵਿੱਚ ਉਹਨਾਂ ਤੋਂ ਕੁਝ ਲੈਣ ਦੇ ਲਈ ਭਾਵਨਾ ਬਣ ਗਈ ਨਾ, ਕੁਝ ਨਗਦ ਇਨਾਮ, ਸ਼ੋਹਰਤ, ਬੱਲੇ ਬੱਲੇ, ਵਡਿਆਈ, ਇੰਨਾ ਕੁਝ ਲੈਣ ਦੇ ਲਈ ਕੁਰਸੀ ਦੇ ਕੀ ਬਰੋਬਰੀ ਬਹਾ ਲਿਆ। ਆਪਾਂ ਨੂੰ ਬਹਾ ਸਕਦਾ ਨਾ, ਕੋਈ ਵੱਡੀ ਗੱਲ ਨਹੀਂ, ਪਰ ਅੰਦਰ ਭਾਵਨਾ ਬਣ ਗਈ ਜੇ ਨਾ ਕੁਝ ਮਿਲ ਜਾਵੇ ਤਾਂ ਬੱਲੇ ਬੱਲੇ ਹੋ ਜੂ, ਆਪਾਂ ਕਿਹਦੇ ਲੈਣ ਦੇ ਆ। ਇੰਨੀ ਗੱਲ ਕਰਕੇ ਕੀ ਬਦਲਤਾ? ਉਹ ਪੂਰੀ ਬਾਣੀ ਨੂੰ ਨਹੀਂ ਬਦਲ ਸਕੇ। ਪੂਰੀ ਬਾਣੀ ਦੇ ਵਿੱਚੋਂ ਬਸ ਇੱਕ ਪੰਕਤੀ ਦੇ ਵਿੱਚੋਂ ਇੱਕ ਲਫ਼ਜ਼ ਹੀ ਬਦਲਿਆ। ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਕੀ ਕਹੀ ਆ। ਮੁਸਲਮਾਨ ਕਹਿਣ ਦੀ ਬਜਾਏ ਬੇਈਮਾਨ ਲਫ਼ਜ਼ ਉੱਥੇ ਆਪਣੇ ਵੱਲੋਂ ਜੜਤਾ। ਹੁਣ ਸੋਚੋ ਫਿਰ ਅਸੀਂ ਕਿੱਥੋਂ ਦੇ ਆ ਗਏ ਜਿਹੜੇ ਬਾਪੂ ਦੇ ਮੋਢਿਆਂ ਤੇ ਬੈਠ ਕੇ ਕਹਿੰਦੇ ਆ ਅਸੀਂ ਵੱਡੇ, ਬਾਪੂ ਛੋਟਾ, ਸਾਡੀ ਕਵਿਤਾ ਵੱਡੀ, ਬਾਪੂ ਛੋਟਾ, ਬਾਪੂ ਦੀ ਬਾਣੀ ਛੋਟੀ ਆ। ਭਾਵ ਸਾਡੇ ਜੀਵਨ ਦੀ ਹਿਸਟਰੀ ਆ, ਕਹਿੰਦੇ ਉਹ ਚੰਗੀ ਆ ਭਾਈ। ਕਹਿਣਾ ਕੀ ਸੀ? ਹਾਲਾਂਕਿ ਮੈਂ ਨੀਵਾਂ, ਕਹਿਣਾ ਇਹ ਸੀਗਾ, ਕਹਿਤਾ ਉਲਟਾ। ਚਲੋ ਜੇ ਗੁਰੂ ਨੇ ਇੱਕ ਅੱਖਰ ਬਦਲਣ ਵਾਲੇ ਨੂੰ ਸਦਾ ਲਈ ਆਪਣੇ ਘਰ ਦੇ ਵਿੱਚ ਥਾਂ ਦੇਣ ਤੋਂ ਮਨਾ ਕਰ ਦਿੱਤਾ, ਫਿਰ ਅਸੀਂ ਕੌਣ ਹਾਂ? ਸਾਡਾ ਜੀਵਨ ਕਿਹੋ ਜਿਹਾ ਹੁੰਦਾ ਵੀ ਅਸੀਂ ਲੋਕਾਂ ਦੇ ਸਿਰ ਤੇ, ਲੀਡਰਾਂ ਦੇ ਸਿਰ ਤੇ, ਬਾਡੀਗਾਰਡਾਂ ਦੇ ਸਿਰ ਤੇ, ਨੋਟਾਂ ਦੇ ਸਿਰ ਤੇ, ਪ੍ਰਾਪਰਟੀ ਦੇ ਸਿਰ ਤੇ, ਵਿਦੇਸ਼ੀ ਡਾਲਰਾਂ ਦੇ ਸਿਰ ਤੇ ਬੰਦਾ ਸਾਲਾ ਮਰਦੇ ਕਿਆ? ਦੇਖੋ ਗੁਰਮਤ ਮੁਤਾਬਕ ਤਾਂ ਕੁਛ ਵੀ ਨਹੀਂ ਨਾ, ਗੁਰੂ ਦੀ ਮੱਤ ਅਨੁਸਾਰ ਕੁਛ ਵੀ ਨਹੀਂ। ਉਹ ਕਿਸੇ ਨੇ ਕਿਹਾ ਨਾ, ਕਿਸੇ ਨੂੰ ਨੋਟ ਦਾ ਸਹਾਰਾ, ਕਿਸੇ ਨੂੰ ਵੋਟ ਦਾ ਸਹਾਰਾ।
पर सब तो बड़ा, सब तो उच्चा, सब तो सुच्चा वधिया जिहड़ा सहारा ना वो रब्बी ओट दा सहारा गा। जिन्हां नूं परमात्मा दी ओट दा सहारा होवे ना वो फिर दुनियावी लालचां विच आके अपने बापू दे मोढियां ते बैठ के अपने आप नूं इह नहीं कहिंदे मैं बापू तो वड्डा, मैं बापू तो उच्चा। असीं कहना शुरू कर दित्ता। ਉਹ ਰੱਬ ਜਾਣੇ भी साडे अंदर दी भावना की है। हाँ बाहरों असीं बड़ा प्रचार करते हैं भी असीं बाणी दे मुताबक चलो जां चलण दा प्रण कर देंगे, करवाने भी हाँ। असीं इन्हां नूं अमृत छकाता, इन्हां नूं असीं बाणी पढ़ना, तां वाहिगुरू भला करे सब कुछ साडा हक बनदा। ये सुणाउणा हक नहीं, साडा करना हक बनदा गा। पर गुरदेव पातशाह जरूर इस गल ते सानूं समझण दे लई कहंदे ने, कहंदे तूं समझ जा ये बाणी दे विचों तैनूं की सिੱਖਿਆ की सिद्धांत मिलता। ठीक है ना। हुण गुरदेव पातशाह जिक्र करते ने हम नीवी मैं नीवा, अगे की कहा प्रभ अत ऊंचा, मेरा प्रभु मेरा मालक अति उच्चा। बेशक मैनू मालक मेरा ना मेरा बापू मोढियां ते बहा लवे, मोढियां ते बहा के भी बड़ा नहीं हुंदा, उच्चा नहीं हुंदा। मैं तां भावें मोढियां ते बैठा ते भावें धरती दे तल ते बैठा, मैं मेरे मालक नालों नीवा हाँ, उहदे नालों उच्चा नहीं हाँ। मैं हम नीवी प्रभ अत ऊंचा क्यों कर मिलिया जाए। गल सी वो मैं अपने बापू नूं किवें मिलां, मैं अपने बापू दे मोढियां ते हथ किवें लावां। मैं तां बहुत नीवां, मेरा बापू बड़ा उच्चा गा, किवें मोढियां ते हथ लावां। फिर गुरु साहब जी अगे ना इस सवाल दा जवाब दिंदे ने। जवाब किया गुर मैली गुर मेली, बहु किरपा धारी हर कै शब्द सुभाए राम। हुण गुरु साहब ने जवाब की दिता गा, कहंदे भाई गुरु नूं मिल। इत्थे बापू कौन आ? परमात्मा। आपां जिक्र कर रहे हैं गुरु दा, भी गुरु साडा एक बाप है। माँ भी, प्यो भी, भैन भी, भरा भी, सब रिश्ते नाते गुरु नाल जुड़दे ने ते जुड़ने चाहिए भी आ। फिर गुरु परमात्मा दे दर्शन कराउंदा गा, रब्बी अकाल पुरख वाहिगुरू दर्शन कराउंदा गा। चलो इत्थे थोड़ा जिहा पिओ समझो भी गुरु परमात्मा मालक वल हथ करदा गा। हथ की कीता गा? पातशाह जी कहंदे ना तू अपने आप नूं मन करके नीवा रख। आपां रोज की पढ़दे आ सिखां दा मन नीवा मत उच्ची, ते अज की हो गया मत नीवियां ते मन उच्चा। मत तां नीवी है ना, मत तां विचारी धरती दे तख्त ते फिरदी है, थल्ले फिरदी है बिल्कुल, ते जिहड़ा मन हैगा वो आसमान च फिरदा, उल्ट हो गया। रब्बी प्यारियां दे बोल अरदास दे विच जो आपां पढ़दे आ, सिखां दा मन नीवा मत उच्ची। हुण गुरु साहब जी कहंदे इह पॉइंट नूं बदलना पवेगा। एक ना जीव आ, तुसीं सारे जीव नूं जाणदे हो, ਉਹਦੀ ਉਡਾਰੀ है ना जिहड़ी सारे पंछियां नालों वड्डी आ। कोई पंछी दी हिम्मत आ वो 10 फुट उच्चा उड़ सकदा। मच्छर मक्खियां बहुते तहां नहीं जाते हेठां हेठां ना 5-7 फुट 10 फुट की, मतलब कि जिथों तक उन्हां दा अपने आप नूं संभालण दी समर्था उन्हां को उच्चा उड़दे ने। कोई 20 फुट कोई 50 फुट, पर वो चाहे कोई जीव 100 फुट उच्चा चढ़दा गा, पर वो सारे जीवां तो उपर जांदा गा। वो जीव दा नाम की आ? आपां अपनी भाषा च इल कह दिंदे आ गिरज। ते हुण गुरु ने ना वो जीव दी उदाहरण दे के सानूं समझाया। उदाहरण चाहे पातशाह ने इल दी गिरज दी दित्ती आ, पर समझाया बंदे नूं, सानूं समझाया, आपां सारे इकट्ठे आंगे। हुण गुरु की कहंदा? पातशाह जी कहंदे ना फिरदी फिरदी दह दिसां, कहंदे इल ना फिरदी फिरदी गेड़े कढ़दी 10 दिशावां दे विच, मतलब उहने कोई कोना छड्डे ही नहीं। फिरदी फिरदी दह दिसां
जल परबत बनराए। हुण पातशाह जी कहंदे ना वो समुंदर उत्तों दी भी गेड़ा कढे, वो पहाड़ां दीयां चोटियां उत्तों दी भी गेड़ा कढे, फिरदी फिरदी दह दिशा जल समुंदर परबत पहाड़ बनराए। उन्हें कोई कोना नहीं छड्डिया। वो भावें धरती सफेद आ, भावें पहाड़ी एरिया, भावें खुश्क मारूथल एरिया ते भावें समुंदर दा एरिया। उन्हें ना बहुत ज्यादा उच्ची उड़ारी मारी ते सारे जीव हैरान, चिड़ियां घुग्गियां गटारां कबूतर हैरान ने। कहते देखो आपां तां 20-50 फुट चढ़ ही नहीं सकते उच्चे के, अपनी की हिम्मत आ, अपनियां तां ना परने जेडे खंभ ने वो थक जाते ने, रगां साह फुल जांदा गा, आपां तो एडी उडारी नहीं भरी जाती गी। हुण उत्थे पंछी आपस विच गल्लां करदे ने, आपां तो कहंदे उडारी नहीं भरी जांदी। चलो कहंदे फिर कोई गल नहीं, कहंदे फिरदी रहण दे। विचों ना सियाणा पंछी है इक्को बोल पिया, सी निमरता दा धारनी नीमा रहण वाला, इउं कह लो अति नीवा रहण वाला, जेड़ा अपने तो बड़े जीव नूं वेख के ना अपने मन नूं तसल्ली देण दे लई अखां मिच लैंदा। चलो इत्थे गुरु दे सिख दा ये काम नहीं है भी अखां मिचणीਆਂ, गुरु दे सिख ने तां अपनी सुरत दी अख खोलणी आ। पर उत्थे वो पंछियां दी कहावत आ भी ओ जीव जेड़ा बिल्ली नूं वेख के ना अखां मिच लैंदा, कबूतर घुग्गियां गटारां चुप कर जांदियां भी आ गई अखां ही मिच लो, हुण तां जो हो देखी जाओ। चलो उन्हां ने की सोचिया, कहंदे ठीक आ भावें आपां उडारी छोटी भरदे आ, वो उडारी बहुत वड्डी भरदी आ। पर पंछी कहंदे आ ना नहीं भाई उहदे नालों आपां चंगे आ। हुण आपां सोचांगे भी एक पंछी 10-20 फुट उच्चा उड़दा गा, वो गिरज नालों कहंदा मैं चंगा, वो भावें उडारी बहुत वड्डी भरदी है पर मैं उहदे नालों चंगा। ये क्यों कहा? इस करके कहा भावें वो शरीर करके ना आसमान विच चली गई, शरीर करके ना भावें वो आसमान विच चली गई, पर जिहड़ी ओदी सुरत आ ना, ओदी निगाह जिहड़ी वो तां धरती ते मरे हुए पशु ते पई आ, मुर्दार ते पई आ। भावें उच्ची बहुत चढ़ गई पर ओदा ध्यान ओदी सुरत मुर्दार ते पई आ। पर अपना ये ध्यान तां नहीं है ना, भावें आपां 10-20 फुट उड़ गए पर अपना ये ध्यान नहीं है, अपना ध्यान मुर्दार ते थोड़ी आ। सारे ने सहमति प्रगटाई, कहते ठीक है यार गल पक्की है इन्हां दी भी आपां ठीक आ, उदों कुल मिला के आपां अपनी थां ते वधिया, पर वो भावें समान जाण वाली इल ना उच्ची चढ़ गई पर उहदा ध्यान मुर्दार ते है। लिखिया की है पातशाह ने, फिरदी फिरदी दह दिसां जल परबत बनराए, जिथे डिठा मिरत को, जिथे मरिया होया दिख जावे कोई जीव, इल दा ध्यान उत्थे जांदा। जिथे डिठा मिरत को इल बैठी आई उत्थे इल आ गई मुर्दार ते। हुण पंछी कहंदे आपां मुर्दार तां नहीं खांदे। चलो ये पंछियां दी गल सी, गुरु साहब ने सानू हवाला दे दिता। हुण साडा जिहड़ा विशा सी अपने आप नूं नीवां रखना ते गुरु दी मत मुताबक नीवें किवें होईए ते साडी नीवीं जिहड़ी कंडीशन आ वो किहो जी आ। हुण साडा सुभाਅ ये आ भी असीं इल वांगू ना बहुत उच्चे वागे, नीली पग, वाहिगुरू भला करे माफ करना मैं माफी मंग के गल करांगा, चिट्टे कपड़े, हथ विच गुटका भी है। अज दे हालात बनाने पैणगे, इदां दी फोटो बनाउणी पऊ ना, आपां तस्वीर बनाउणी पऊ। बड़ा कुछ आ साडे कोल, बहुत कुछ आ, किन्ना कुछ आ, बहुत ज्यादा कुछ आ, पर जिन्ना बाहरों सानू चिट्टे कपड़े, 5 ककारी बाणा, हाथ विच गुटका, वधिया दस्तार दमाले, पर अंदरों चित मैला, चित साडा अजे तक गंदा, अजे चित साडा ना वो गिरज वांगू वो इल वांगू मुर्दार ती बैठा। किवें किसे दा गल घुट गए, किवें किसे नूं वड्ढीए, किवें किसे दा हक खाईए, किवें किसी नूं आपां खत्म करिए, अजे ध्यान तां इत्थे खड़ा गा। घंटा तड़के बाणी पढ़ ली, घंटा शाम नूं पढ़ ली, दिन इसे काम च लंघ गया, रात सुपनिਆਂ विच भी इसे काम च ही लंघी।
ਤੇ ਸੋਚੋ ਫਿਰ ਪਾਤਸ਼ਾਹ ਜੀ ਕਹਿੰਦੇ ਸਾਡਾ ਜਿਹੜਾ ਹਾਲ ਆ ਨਾ ਉਹ ਭਾਈ ਅੱਜ ਇਦਾਂ ਦਾ ਬਣ ਗਿਆ। ਜੇ ਆਪਾਂ ਰੱਬੀ ਪਿਆਰਿਆਂ ਦੇ ਬੋਲ ਅਰਦਾਸ ਵਿੱਚ ਬੋਲਦੇ ਆ ਨਾ ਵੀ ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ, ਤੇ ਜਿਨ੍ਹਾਂ ਦੀ ਮੱਤ ਉੱਚੀ ਆ ਨਾ ਉਹ ਚੇਤਾ ਰੱਖੋ ਕਿਸੇ ਦਾ ਹੱਕ ਖੋਹਦੇ ਨਹੀਂ, ਉਹ ਕਿਸੇ ਨੂੰ ਆਪਣੇ ਹਿੱਸੇ ਚੋਂ ਆਪਣੇ ਹੱਕ ਚੋਂ ਹੱਕ ਖਵਾ ਦਿੰਦੇ ਆ। ਉਹ ਕੌਣ ਆ? ਬਾਬਾ ਨਾਨਕ ਇੱਕੋ ਇਸ਼ਾਰਾ ਕਾਫੀ ਆ। ਉਹ ਆਪਣੀ ਕਮਾਈ ਚੋਂ ਹੱਕ ਖਵਾਉਂਦੇ ਨੇਗੇ। ਕੋਈ ਗੱਲ ਨਹੀਂ, ਹੁਣ ਚੇਤਾ ਰੱਖਿਓ ਬਾਬੇ ਨਾਨਕ ਨੇ ਜਿਹੜਾ ਲੰਗਰ ਲਾਇਆ ਨਾ ਉਹ ਮੰਗ ਕੇ ਨਹੀਂ ਲਾਇਆ, ਬਾਬੇ ਨਾਨਕ ਨੇ ਆਪਣੀ ਕਮਾਈ ਚੋਂ ਲਾਇਆ। ਕਹਿੰਦਾ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਇੱਕ ਉਹ ਆ ਜਿਹਨੂੰ ਵਾਹਿਗੁਰੂ ਦੀ ਕਿਰਪਾ ਕਰਕੇ ਥੋੜਾ ਮਿਲਿਆ, ਇੱਕ ਉਹ ਆ ਜਿਹਨੂੰ ਦੇਤਾ ਵਾਹਿਗੁਰੂ ਨੇ। ਕੋਈ ਗੱਲ ਨਹੀਂ, ਜਿਹਨੂੰ ਦੇਤਾ ਉਹ ਦਿੱਤੀਆਂ ਹੋਈਆਂ ਦਾਤਾਂ ਚੋਂ ਅੱਗੇ ਦੇ ਦਿੰਦਾਗਾ। ਹੁਣ ਚਲੋ ਇੱਥੇ ਸਾਡਾ ਧਿਆਨ ਇਹ ਵਗ ਗਿਆ ਵੀ ਗੁਰੂ ਨਾਨਕ ਬਾਬਾ ਪਟਵਾਰੀਆਂ ਦਾ ਲੜਕਾ, ਸ਼ਾਹੂਕਾਰਾਂ ਦਾ ਲੜਕਾ, ਚਲੋ ਆਪਣੀ ਕਮਾਈ ਚੋਂ ਹਿੱਸਾ ਖਵਾਤਾ ਕਿਸੇ ਨੂੰ, ਕੋਈ ਫਰਕ ਨਹੀਂ ਪਿਆ। ਪਰ ਥੋੜਾ ਜਿਹਾ ਆਪਾਂ ਗਾਹਾਂ ਕੇ ਦੇਖ ਲਓ, ਇੱਥੇ ਬਾਹਰੀ ਅਮੀਰੀ ਨਹੀਂ ਕੋਈ ਮਿਹਣਾ ਰੱਖ ਦੇਗੀ ਵੀ ਬਾਹਰੋਂ ਬੰਦਾ ਕਿੰਨਾ ਕੁ ਅਮੀਰ ਆ ਕਿੰਨਾ ਕੁ ਗਰੀਬ ਆ। ਇੱਥੇ ਬਾਬੇ ਨਾਨਕ ਦੇ ਜੀਵਨ ਨਾਲ ਇਹ ਗੱਲ ਜੁੜ ਗਈ ਵੀ ਪਾਤਸ਼ਾਹ ਨੇ ਆਪਣੀ ਵਾਰੀ ਅਮੀਰੀ ਦੇ ਵਿੱਚੋਂ, ਕਮਾਈ ਦੇ ਵਿੱਚੋਂ ਹੋਰਾਂ ਨੂੰ ਜੇ ਕੁਝ ਖਵਾਇਆ ਤਾਂ ਉਹਦੇ ਨਾਲ ਕੀ ਫਰਕ ਪੈਣਾ? ਬਾਬਾ ਨਾਨਕ ਅਮੀਰ ਆ ਨਾ। ਚੇਤਾ ਰੱਖਿਓ ਇੱਥੇ ਬਾਹਰੀ ਅਮੀਰੀ ਦਾ ਘੱਟ ਤੇ ਅੰਦਰ ਦੀ ਅਮੀਰੀ, ਅੰਦਰ ਦਾ ਦਿਲ ਖੁੱਲਾ, ਦਿਲ ਵੱਡਾ, ਉਹ ਵੱਧ ਕੰਮ ਕਰਦਾ। ਕਿਵੇਂ ਕੰਮ ਕਰਦਾਗਾ? ਫਿਰ ਚੌਥੇ ਪਾਤਸ਼ਾਹ ਦੇ ਜੀਵਨ ਚੋਂ ਥੋੜੀ ਝਲਕ ਲੈਣੀ ਪਊਗੀ। ਜੇ ਗੁਰੂ ਨਾਨਕ ਸਾਹਿਬ ਸਾਹੂਕਾਰਾਂ ਦਾ ਲੜਕਾ ਨਾ, ਫਿਰ ਚੌਥੇ ਪਾਤਸ਼ਾਹ ਦਾ ਇੱਕ ਉਹ ਰੂਪ ਵੇਖੋ ਆਪਾਂ ਜਿਹੜੇ ਰੂਪ ਦੇ ਵਿੱਚ ਚੌਥੇ ਪਾਤਸ਼ਾਹ ਨੇ ਬਚਪਨ ਦੇ ਵਿੱਚ ਮਜ਼ਦੂਰੀ ਕੀਤੀ, ਘੁੰਗਣੀਆਂ ਵੇਚਦਿਆਂ ਵੇਚਦਿਆਂ ਇੱਕ ਦਿਨ ਘੁੰਗਣੀਆਂ ਸਾਰੀਆਂ ਫ੍ਰੀ ਵੰਡਦੀਆਂ। ਇਹ ਦਿਲ ਵੇਖੋ, ਨਹੀਂ ਫ੍ਰੀ ਵੰਡਣਾ ਬਹੁਤ ਔਖਾ, ਉਹ ਵੀ ਆਪਣੀ ਕਮਾਈ ਚੋਂ, ਬਚਤ ਵਿੱਚੋਂ। ਪਰ ਘਰ ਵਿੱਚ ਹੈ ਕੀ? ਕੁਛ ਨਹੀਂ। ਵਾਹਿਗੁਰੂ ਭਲਾ ਕਰੇ। ਇਹ ਉਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜਾ ਜਿਨ੍ਹਾਂ ਨੇ ਬਚਪਨ ਦੇ ਵਿੱਚ ਆਪਣੇ ਖੁੱਲੇ ਦਿਲ ਜਾਂ ਖੁੱਲੀ ਅਮੀਰੀ, ਅੰਦਰ ਦੀ ਅਮੀਰੀ ਦੀ ਗੱਲ ਜ਼ਾਹਰ ਕੀਤੀ ਆ, ਤੇ ਨਾਨੀ ਮਾਂ ਨੇ ਅਰਦਾਸ ਕੀਤੀ ਆ ਵੀ ਜੇ ਮੇਰੇ ਪੁੱਤ ਨੂੰ ਦਿਲ ਏਡਾ ਵੱਡਾ ਦਿੱਤਾ ਨਾ, ਦਿਲ ਕਰਕੇ ਅਮੀਰ ਬਣਾਇਆ ਨਾ, ਤੇ ਇਹਨੂੰ ਘਰ ਕਰਕੇ ਵੀ ਅਮੀਰ ਬਣਾ ਦੇ। ਆਪਾਂ ਕਹਿੰਦੇ ਨਾ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ, ਪਰ ਉਹ ਨਾਨੀ ਨੇ ਕਿਵੇਂ ਅਰਦਾਸ ਕੀਤੀ ਆ ਜਿਹੜੀ ਪੂਰੀ ਹੋ ਗਈ। ਤੇ ਫਿਰ ਉਹ ਦੇਖੋ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਵਿੱਚੋਂ, ਦਰ ਵਿੱਚੋਂ ਉਹ ਕਿਹੜਾ ਵਿਅਕਤੀ ਜਿਹੜਾ ਜਾ ਕੇ ਮੰਗਦਾ ਨਹੀਂ ਹੈ। ਇਹ ਗੱਲ ਵੇਖਣੀ ਆ। ਪਰ ਚਲੋ ਆਪਣਾ ਵਿਸ਼ਾ ਆਪਾਂ ਉਹਦੇ ਵੱਲ ਆਈਏ ਵੀ ਆਪਣੇ ਆਪ ਨੂੰ ਨੀਵਾਂ ਰੱਖਣਾ, ਗੁਰੂ ਨੂੰ ਉੱਚਾ। ਥੋੜਾ ਜਿਹਾ ਮੈਂ ਇੱਕ ਬਣਦੀ ਜੀ ਗੱਲ ਇਹਦੇ ਵਿੱਚ ਹੋਰ ਕਹਾਂਗਾ। ਕਈ ਵਾਰ ਨਾ ਸਾਡੇ ਅੰਦਰ ਇੱਕ ਖਿਆਲ ਬਣਦਾ, ਵਾਹਿਗੁਰੂ ਭਲਾ ਕਰੇ, ਇਹ ਗੱਲ ਕਦੇ ਬਾਬਾ ਬੁੱਢਾ ਜੀ ਨੂੰ ਕਿਸੇ ਪਿਛਲੀਆਂ ਵਿਚਾਰਾਂ ਦੇ ਵਿੱਚ ਸੁਣੀ ਸੀ ਗੱਲ ਵੀ ਸਤਿਗੁਰਾਂ ਨੇ ਕਿਹਾ ਨਾ ਬਾਬਾ ਬੁੱਢਾ ਜੀ ਤੁਸੀਂ ਅੱਗੇ ਲੱਗੋ, ਤੇ ਬਾਬਾ ਬੁੱਢਾ ਜੀ ਜਵਾਬ ਦੇ ਕੇ ਨਹੀਂ ਅਸੀਂ ਅੱਗੇ ਲੱਗਣਾ ਨਹੀਂਗਾ। ਕਿਉਂ? ਪਾਤਸ਼ਾਹ ਜੀ ਅੱਜ ਤੱਕ ਅਸੀਂ ਤੁਹਾਡੇ ਮੂਹਰੇ ਨਹੀਂ ਤੁਰੇ, ਅੱਗੇ ਨਹੀਂ ਤੁਰੇ, ਪਰ ਅੱਜ ਅਸੀਂ ਅੱਗੇ ਕਿਉਂ ਤੁਰੀਏ? ਨਹੀਂ, ਸਾਡੇ ਅੰਦਰ ਦੀ ਇੱਕ ਸ਼ਰਧਾ, ਇੱਕ ਭਾਵਨਾ, ਅਸੀਂ ਤੁਹਾਡੇ ਨਾਲੋਂ ਅੱਗੇ ਨਹੀਂ ਜਾਣਾ। ਫਿਰ ਗੁਰੂ ਸਾਹਿਬ ਨੇ ਕਿਹਾ ਨਹੀਂ, ਭਾਵੇਂ ਤੁਹਾਨੂੰ ਅਸੀਂ ਅੱਗੇ ਲੱਗਣ ਲਈ ਕਿਹਾ, ਪਰ ਅੱਜ ਤੁਹਾਡੇ ਸਿਰ ਤੇ ਦੀਨ ਦੁਨੀਆ ਦਾ ਬਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੋਥੀ ਦੇ ਰੂਪ ਵਿੱਚ ਸੁਸ਼ੋਭਿਤ ਹੋਵੇਗਾ। ਤੁਸੀਂ ਤਾਂ ਹੇਠਾਂ ਹੀ ਰਹਿਣਾ, ਪਰ ਤੁਹਾਡੇ ਸਿਰ ਤੇ, ਤੁਹਾਡੇ ਉੱਚੇ ਥਾਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਟਿਕਣੀ ਆ। ਡਰੋ ਨਾ ਕੋਈ ਨਾ। ਉੱਥੇ ਨਾਲ ਹੀ ਵੀ ਸਮਝਾ ਦਿੱਤਾ ਸਰੀਰਕ ਤਲ ਤੇ ਨਹੀਂ ਬਾਬਾ ਬੁੱਢਾ ਜੀ, ਅੱਗੇ ਪਿੱਛੇ ਦੀ ਗੱਲ ਇੱਥੇ ਮਨ ਕਰਕੇ ਆ, ਸਰੀਰ ਕਰਕੇ ਨਹੀਂ ਹੈ। ਸਰੀਰ ਕਰਕੇ ਤਾਂ ਹੋ ਸਕਦਾ ਪਿਰਥੀ ਚੰਦ ਵੀ ਰਾਮਦਾਸ ਮਹਾਰਾਜ ਨਾਲੋਂ ਕਦੇ ਅੱਗੇ ਨਾ ਲੰਘਿਆ ਹੋਵੇ, ਉੱਚਾ ਨਾ ਬੈਠਿਆ ਹੋਵੇ ਕਦੇ, ਸਰੀਰ ਕਰਕੇ ਤਾਂ, ਪਰ ਮਨ ਕਰਕੇ ਆਪਾਂ ਅੱਗੇ ਨਹੀਂ ਲੰਘਣਾਗਾ। ਮਨ ਚ ਕੀ ਆ? ਚਲਾਕੀਆਂ, ਚਲਾਕੀਆਂ ਕਰਕੇ ਗੁਰੂ ਤੋਂ ਅੱਗੇ ਲੰਘਣਾ। ਇਹ ਤਾਂ ਫਿਰ ਖਿੱਚ ਲੈਂਦਾ ਭਾਈ। ਇਹਦੇ ਹੱਥ ਦੇ ਵਿੱਚ ਨਾ ਡੋਰ ਆ, ਪ੍ਰਭ ਡੋਰੀ ਹੱਥ ਤੁਮਾਰੇ, ਇਹ ਖਿੱਚ ਲੈਂਦਾ। ਕਿਵੇਂ ਖਿੱਚਦਾ? ਉਹ ਬਥੇਰਿਆਂ ਦੀਆਂ ਖਿੱਚ ਲੀਆਂ ਉਹ ਜਾਣਦੇ ਆ, ਜਿਹੜੇ ਚਲਾਕੀ ਕਰਕੇ ਦੁਨੀਆ ਚ ਬਾਹਰੀ ਤੌਰ ਤੇ ਨੀਵੇਂ ਦਿਖਦੇ ਨੇ, ਅੰਦਰੋਂ ਚਲਾਕ ਵਰਤੀ ਕਰਕੇ ਗੁਰੂ ਤੋਂ ਐਡਵਾਂਸ ਤੁਰੇ ਫਿਰਦੇ ਨੇ। ਗੁਰੂ ਨਹੀਂ ਕਹਿੰਦੇ ਸਾਡੀ ਕਵਿਤਾ ਵੱਡੀ ਆ, ਸਾਡਾ ਲੇਖ ਵੱਡਾ, ਸਾਡੀ ਕਹੀ ਗੱਲ ਵੱਡੀ ਆ। ਨਹੀਂ, ਵੱਡਾ ਕੌਣ ਆ? ਸਭ ਤੇ ਵੱਡਾ ਸਤਿਗੁਰੂ ਨਾਨਕ। ਇੱਥੇ ਵਿਸ਼ਾ ਕੀ ਆ? ਹਮ ਨੀਵੀ ਪ੍ਰਭ ਅਤ ਉੱਚਾ, ਮੇਰਾ ਮਾਲਕ ਅਤੀ ਉੱਚਾ। ਫਿਰ ਉਹ ਉੱਚੇ ਮਾਲਕ ਨੇ ਕੀ ਸਮਝਾਇਆ? ਸਰੀਰ ਕਰਕੇ ਨਹੀਂ, ਮਨ ਕਰਕੇ ਅੱਗੇ ਨਹੀਂ ਜਾਣਾ, ਮਨ ਕਰਕੇ ਪਿੱਛੇ ਰਹਿਣਾ, ਮਨ ਕਰਕੇ ਨੀਵੇਂ ਰਹਿਣਾਗਾ। ਸਰੀਰ ਕਰਕੇ ਕੋਈ ਗੱਲ ਨਹੀਂ ਪੁੱਤਰ ਜੀ, ਤੂੰ ਅੱਗੇ ਲੰਘ ਜਾਵੇਂਗਾ ਨਾ। ਹਰ ਇੱਕ ਪਿਓ ਦੀ ਭਾਵਨਾ ਹੁੰਦੀ ਆ, ਮੇਰਾ ਪੁੱਤ ਜਿਸ ਕੰਡੀਸ਼ਨ ਵਿੱਚ ਮੈਂ ਆ ਨਾ, ਇਦੋਂ ਅੱਗੇ ਵਧੇ।
ਹੁਣ ਬਾਪ ਦੀ ਜਾਂ ਮਾਂ ਦੀ ਇਹ ਭਾਵਨਾ ਨਹੀਂ, ਮੇਰਾ ਪੁੱਤ ਜਿਸ ਥਾਂ ਤੇ ਮੈਂ ਪਹੁੰਚਿਆ ਨਾ ਇਦੋਂ ਪਿੱਛੇ ਰਹਿ ਜੇ। ਜੇ ਮੈਂ 5 ਕਿੱਲੇ ਬਣਾਇਆ ਨਾ ਤੇ ਮੇਰਾ ਪੁੱਤ 10 ਬਣਾਵੇ। ਭਾਵ ਬਾਪੂ ਦੇ ਅੰਦਰ ਖਿਆਲ ਆ ਮੇਰਾ ਪੁੱਤ ਅੱਗੇ ਲੰਘੇ। ਹੁਣ ਬਾਬੇ ਨਾਨਕ ਦੇ ਅੰਦਰ ਇੱਕ ਖਿਆਲ ਆ ਵੀ ਮੇਰਾ ਪੁੱਤ ਮੇਰੇ ਨਾਲ ਵੀ ਅੱਗੇ ਲੰਘੇ। ਪਰ ਲੰਘੇ ਕਿਵੇਂ? ਚੇਤਾ ਰੱਖਿਓ, ਉਹ ਸਰੀਰ ਕਰਕੇ ਲੰਘੇ। ਇੰਨਾ ਉੱਚਾ ਸੁੱਚਾ ਜੀਵਨ ਹੋਵੇ ਵੀ ਲੋਕ ਉਹਨੂੰ ਸਲਾਮਾਂ ਕਰਨ, ਪਰ ਚੇਤਾ ਰੱਖਿਓ ਉੱਚੇ ਸੁੱਚੇ ਜੀਵਨਾ ਕਰਕੇ ਅਸੀਂ ਪਿੱਛੇ ਰਹਿ ਗਏ, ਮਨ ਕਰਕੇ ਅਸੀਂ ਗੁਰੂ ਤੋਂ ਅੱਗੇ ਲੰਘੇ, ਚਲਾਕੀਆਂ ਕਰਕੇ ਅੱਗੇ ਲੰਘੇ। ਜਿਹੜੀ ਗੱਲ ਆਪਾਂ ਕਹਿਣ ਲੱਗਦੇ ਸੀ ਨਾ, ਕਈ ਵਾਰ ਸਾਡੇ ਖਿਆਲ ਹੁੰਦਾ ਵੀ ਗੁਰੂ ਸਾਹਿਬ ਵੱਲ ਪਿੱਠ ਨਾ ਕਰੋ, ਗੁਰੂ ਸਾਹਿਬ ਵੱਲ ਪੈਰ ਨਾ ਕਰੋ, ਗੁਰੂ ਸਾਹਿਬ ਨੂੰ ਆਪਾਂ ਪਿੱਛੇ ਪਿੱਛੇ ਰਹੋ। ਕਈ ਵਾਰ ਉਹ ਸਾਡਾ ਬਾਹਰੀ ਸਤਿਕਾਰ ਕਰਕੇ ਗੱਲਾਂ ਬਣ ਜਾਂਦੀਆਂ, ਪਰ ਚੇਤਾ ਰੱਖਿਓ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਸਰੀਰਕ ਤਲ ਤੇ, ਪਰ ਅੰਦਰ ਭਾਵਨਾ, ਅੰਦਰ ਪਿਆਰ ਹੋਣਾ ਅਤੀ ਜ਼ਰੂਰੀ ਆ। ਮਨ ਕਰਕੇ ਅੱਗੇ ਨਹੀਂ ਲੰਘਣਾ, ਮਨ ਕਰਕੇ ਪਿੱਛਾ ਨਹੀਂ ਕਰਨਾ, ਮਨ ਕਰਕੇ ਪੈਰ ਨਹੀਂ ਕਰਨੇ। ਸਰੀਰਕ ਤਲ ਤੇ ਕੋਈ ਗੱਲ ਨਹੀਂ, ਮਨ ਕਰਕੇ ਬਚ ਕੇ ਰਹਿਣਾਗਾ। ਠੀਕ ਹੈ ਨਾ, ਮਨ ਕਰਕੇ ਬਸ ਇੰਨੀ ਗੱਲ ਨੂੰ ਧਿਆਨ 'ਚ ਰੱਖਣਾ ਹੈਗਾ। ਆਪਾਂ ਕਹਿੰਦੇ ਮੇਰਾ ਗੁਰੂ ਨਾ ਰੁੱਸ ਜੇ ਮੇਰੇ ਨਾਲੋਂ, ਹਾਂ ਇਹ ਜ਼ਰੂਰ ਡਰ ਰੱਖਣਾ ਆਪਣੇ ਅੰਦਰ, ਗੁਰੂ ਸਾਡੇ ਨਾਲੋਂ ਕਦੇ ਪਿੱਛਾ ਨਾ ਕਰ ਲਵੇ, ਗੁਰੂ ਨਾ ਕਦੇ ਰੁੱਸ ਜਾਵੇ। ਅਸੀਂ ਪਿੱਠ ਕਰ ਲਾਂਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਗੁਰੂ ਕੰਨੀ ਪੈਰ ਕਰ ਲਾਂਗੇ ਨੇ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੁਰੂ ਦੇ ਪੈਰ ਸਾਡੇ ਵੱਲ ਨਾ ਹੋ ਜਾਣ, ਗੁਰੂ ਦਾ ਪਿੱਛਾ ਸਾਡੇ ਵੱਲ ਨਾ ਹੋ ਜਾਵੇ। ਇੰਨਾ ਧਿਆਨ ਰੱਖਣਾ ਹੈਗਾ ਬਸ। ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਨੀਵਾਂ। ਇੱਥੇ ਆਪਣੀ ਵਿਚਾਰ ਚੱਲਦੀ ਵੀ ਅਸੀਂ ਕਿਵੇਂ ਨੀਵਾਂ ਹੋਣਾ। ਅਸੀਂ ਗਿਰਜ ਵਾਂਗੂ ਨਹੀਂ ਵੀ ਉੱਚੇ ਬਹੁਤ ਚੜ੍ਹ ਗਏ ਤੇ ਧਿਆਨ ਸਾਡਾ ਮੁਰਦਾਰ ਤੇ ਪਿਆ ਹੋਵੇ। ਅੱਜ ਦੇ ਹਾਲਾਤ ਸੇਮ ਇਵੇਂ ਹੀ ਆ, ਬਿਰਲਿਆਂ ਨੂੰ ਛੱਡ ਕੇ, ਪਰ ਉਹਨਾਂ ਹਾਲਾਤਾਂ ਨੂੰ ਬਦਲਣਾ ਤੇ ਬਦਲਣਾ ਕਿਵੇਂ ਆ? ਜੇ ਅਰਦਾਸ ਵਿੱਚ ਰੱਬੀ ਪਿਆਰਿਆਂ ਦੇ ਬੋਲ ਪੜ੍ਹੇ ਆ ਨਾ, ਮਨ ਨੀਵਾਂ ਮਤ ਉੱਚੀ, ਸੱਚਮੁੱਚ ਮਤ ਨੂੰ ਉੱਚੀ ਕਰੀਏ ਤੇ ਮਨ ਨੂੰ ਨੀਵਾਂ ਕਰੀਏ। ਤੇ ਅੱਜ ਕੀ ਹੋਇਆ? ਮਨ ਉੱਚਾ ਹੋ ਗਿਆ, ਮਤ ਨੀਵੀਂ ਹੋ ਗਈ। ਜੇ ਮਤ ਨੀਵੀਂ ਹੋਈ ਆ ਨਾ ਤੇ ਤਾਈਓ ਦੇਖ ਲਓ ਹਰ ਇੱਕ ਬੰਦਾ ਦੁਖੀ ਆ। ਇੱਕ ਨਾ ਕਿਸੇ ਨੇ ਬੜਾ ਵਧੀਆ ਸਮਝਾਇਆ, ਕਹਿੰਦੇ ਸਾਡੇ ਨਾ ਹਰ ਇੱਕ ਦੇ ਘਰ ਵਿੱਚ ਇੱਕ ਉਹ ਪੰਛੀ ਆ, ਹਰ ਇੱਕ ਦੇ ਘਰ ਵਿੱਚ ਉਹ ਪੰਛੀ ਆ ਜਿਸ ਪੰਛੀ ਦੀ ਮਾਂ ਵੀ ਨਹੀਂ ਕੋਈ ਹੈ, ਪਿਓ ਵੀ ਨਹੀਂ ਕੋਈ ਹੈ, ਉਹ ਕੁਛ ਨਹੀਂ ਖਾਂਦਾ, ਕੁਛ ਨਹੀਂ ਪੀਂਦਾ ਹੈ ਹਰ ਘਰ ਦੇ ਵਿੱਚ। ਉਹ ਪੰਛੀ ਕਿਹੜਾ ਗਾ? ਉਹ ਚਿੰਤਾ ਰੂਪੀ ਪੰਛੀ ਹੈਗਾ। ਤੇ ਹੁਣ ਸੋਚੋ ਜਿਹੜਾ ਚਿੰਤਾ ਰੂਪੀ ਪੰਛੀ ਹੈ ਨਾ ਹਰ ਘਰ ਦੇ ਵਿੱਚ ਆ, ਉਹ ਪੰਛੀ ਤੋਂ ਉਹ ਬਚਿਆ ਜਿਹੜਾ ਗੁਰੂ ਨਾਲ ਜੁੜ ਗਿਆ। ਤੇ ਜਿਹੜਾ ਗੁਰੂ ਨਾਲ ਨਹੀਂ ਜੁੜਿਆਗਾ, ਸੱਚ ਜਾਣਿਓ ਚਿੰਤਾ ਰੂਪੀ ਪੰਛੀ ਤੋਂ ਉਹ ਕਦੇ ਬਚੇ ਹੀ ਨਹੀਂਗਾ। ਹਰ ਇੱਕ ਨੂੰ ਟੈਨਸ਼ਨ ਆ। ਫਿਰ ਬਾਬੇ ਨਾਨਕ ਨੇ ਕੀ ਸਮਝਾਇਆ? ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਤੋਂ ਮੁਕਤ ਹੋ ਜਾ। ਹਰ ਕੋਈ ਬੰਦਾ ਟੈਨਸ਼ਨ ਦੇ ਵਿੱਚ। ਉਹ ਕਾਹਦੀਆਂ ਨੇ? ਚਾਹੇ ਸਮਾਜਿਕ ਤਲ ਤੇ ਆ, ਚਾਹੇ ਘਰ ਤਲ ਤੇ ਆ, ਚਾਹੇ ਆਪਣੇ ਆਪ ਤੇ ਆ, ਉਹ ਕਿਸੇ ਵੀ ਤਲ ਤੇ ਹੋ ਸਕਦੀ ਆ। ਫਿਰ ਰੱਬੀ ਪਿਆਰ ਦੇ ਵਿੱਚ ਭਿੱਜ ਕੇ ਆਪਾਂ ਰੋਜ਼ ਜੇ ਬਚਨ ਪੜ੍ਹਨੇ ਆ ਤਾਂ ਇਹਦੇ ਮੁਤਾਬਕ ਜ਼ਿੰਦਗੀ ਨੂੰ ਬਣਾਈਏ, ਮਨ ਨੂੰ ਨੀਵਾਂ ਕਰੀਏ ਤੇ ਮਤ ਨੂੰ ਉੱਚੀ ਕਰੀਏ। ਅੱਛਾ, ਮਨ ਨੂੰ ਨੀਵਾਂ ਕਰਨ ਦੇ ਲਈ, ਮਨ ਨੂੰ ਨੀਵਾਂ ਕਰਨ ਦੇ ਲਈ ਨਾ ਕਿਹੜਾ ਪੁਆਇੰਟ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਆਪਾਂ? ਮੰਨ ਲਓ ਵੀ ਮੇਰਾ ਬਲੱਡ ਵੱਧ ਗਿਆ, ਅੱਜ ਦੇ ਸਮੇਂ ਮੁਤਾਬਕ ਬਹੁਤ ਜ਼ਿਆਦਾ ਹਾਈ ਰਹਿੰਦਾ ਗਾ। ਹੁਣ ਆਪਾਂ ਡਾਕਟਰ ਕੋਲੇ ਵਗ ਗਏ ਵੀ ਡਾਕਟਰ ਸਾਹਿਬ ਕੋਈ ਦਵਾਈ ਵਧੀਆ ਦੇ। ਉਹਨੇ ਆਪਣੇ ਸਰੀਰ ਨੂੰ ਚੈੱਕ ਕੀਤਾ, ਵੇਖ ਲਿਆ ਵੀ ਤੇਰੀਆਂ ਨਾੜਾਂ ਬਲੌਕ ਹੋਣ ਦੀ ਨਾ ਪੂਰੀ 100% ਸੰਭਾਵਨਾ ਬਣੀ ਪਈ ਆ, ਤੇਰੇ ਅੰਦਰ ਦਾ ਖੂਨ ਗਾੜਾ ਹੋਇਆ ਪਿਆ, ਬਲੱਡ ਵਧਿਆ ਪਿਆ। ਹੁਣ ਇਹਦਾ ਕਰਨਾ ਕੀ ਆ? ਫਿਰ ਉਹ ਕੋਈ ਨਾ ਕੋਈ ਇੰਜੈਕਸ਼ਨ ਦਵਾਈ ਲਾਵੇਗਾ, ਕੋਈ ਕਿਸੇ ਤਰ੍ਹਾਂ ਦੀ ਟ੍ਰੀਟਮੈਂਟ ਕਰੇਗਾ ਵੀ ਤੇਰਾ ਖੂਨ ਸੰਘਣੇ ਤੋਂ ਪਤਲਾ ਹੋ ਜਾਵੇ, ਸੰਘਣੇ ਤੋਂ ਨਾ ਪਤਲਾ ਹੋ ਜਾਵੇ। ਉਹ ਕਰੂ ਨਾ ਇਹ ਕੰਮ। ਹੁਣ ਮੰਨ ਲਓ ਇਹ ਤਾਂ ਇੱਕ ਵਾਰੀ ਉਦਾਹਰਨ ਸਾਰੇ ਆਪਾਂ ਜਾਣਦੇ ਆ। ਹੁਣ ਸਾਡਾ ਮਨ ਆ ਨਾ, ਜਿਹੜਾ ਮਨ ਰੂਪੀ ਖੂਨ ਆ ਜਿਹੜਾ, ਉਹ ਮੋਟਾ ਹੋ ਗਿਆ। ਹੁਣ ਮਨ ਰੂਪ ਦੇਖੋ, ਸਰੀਰ ਮੋਟਾ ਹੋ ਜੇ ਨਾ ਚਲੋ ਉਹਦੇ ਵੀ ਤਰੀਕੇ ਨੇ, ਕੋਈ ਬੰਦਾ ਹਿੰਮਤ ਕਰੇ ਨਾ ਕਰੇ ਉਹ ਅਲੱਗ ਵਿਸ਼ਾ। ਵੀ ਸਰੀਰ ਨੂੰ ਆਪਾਂ ਲਿੱਸਾ ਕਿਵੇਂ ਕਰਨਾ, ਕੰਮ ਤੇ ਲਾਓ, ਵਰਜਿਸ਼ ਕਰੋ, ਤੋਰਾ ਫੇਰਾ ਕਰੋ, ਘੱਟ ਖਾਓ, ਇਦਾਂ ਤਰੀਕੇ ਨੇ। ਹੁਣ ਮਨ ਮੋਟਾ ਹੋ ਗਿਆ, ਵਾਹਿਗੁਰੂ ਭਲਾ ਕਰੇ। ਸਰੀਰ ਮੋਟੇ ਦਾ ਇਲਾਜ ਹੈ, ਮਨ ਮੋਟੇ ਦਾ ਇਲਾਜ ਦੁਨੀਆ 'ਚ ਕਿਤੇ ਨਹੀਂ ਹੈ। ਮਨ ਮੋਟਾ ਹੋ ਗਿਆ, ਮਨ ਵੱਡਾ ਹੋ ਗਿਆ, ਮਨ ਉੱਚਾ ਹੋ ਗਿਆ। ਹੁਣ ਉਹ ਮਨ ਉੱਚੇ ਦਾ ਇਲਾਜ ਗੁਰੂ ਕੋਲੇ ਆ।
ਹੁਣ ਗੁਰੂ ਨੂੰ ਪੁੱਛੀਏ ਆਪਾਂ, ਸੱਚੇ ਪਾਤਸ਼ਾਹ ਮੇਰਾ ਮਨ ਬਹੁਤ ਉੱਚਾ ਹੋ ਗਿਆ, ਮਨ ਉੱਚਾ ਹੋ ਗਿਆ। ਮਨ ਉੱਚੇ ਦਾ ਕਾਰਨ ਕੀ ਬਣਿਆ ਹੋਣ ਦਾ? ਬਸ ਇੱਕੋ ਹੀ ਕਾਰਨ ਬਣਿਆ, ਕਿਉਂ? ਮਤ ਦਾ ਵਿਕਾਸ ਉਹਨੂੰ ਹਟ ਗਿਆ, ਮਨ ਅੱਗੇ ਨਾ ਗਿਆ, ਮਤ ਦਾ ਵਿਕਾਸ ਨਹੀਂ ਹੋਇਆਗਾ। ਹੁਣ ਫਸਲ ਬੀਜੀ ਹੈ ਨਾ, ਫਸਲ ਦੇ ਵਿੱਚ ਨਦੀਨ ਫਸਲ ਤੋਂ ਉੱਪਰ ਦੀ ਲੰਘੇ, ਨਦੀਨ ਉੱਪਰ ਲੰਘਣ ਦਾ ਕਾਰਨ ਕੀ ਆ? ਫਸਲ ਨੂੰ ਸਮੇਂ ਸਿਰ ਰੇ ਖੁਰਾਕ ਨਹੀਂ ਮਿਲੀ, ਫਸਲ ਦੀ ਸੰਭਾਲ ਨਹੀਂ ਹੋਈ, ਨਦੀਨ ਲੰਘ ਗਏ। ਜੇ ਫਸਲ ਦੀ ਸੰਭਾਲ ਹੋ ਜਾਂਦੀ, ਨਦੀਨ ਪੁੱਟੇ ਜਾਂਦੇ, ਬਸ ਆਪਾਂ ਨੂੰ ਪਤਾ ਚੜ੍ਹਦੀ ਕਲਾ ਹੋਣੀ ਸੀ। ਹੁਣ ਇੱਥੇ ਕਰਨਾ ਕੀ ਹੈ? ਗੁਰੂ ਕਹਿੰਦਾ ਦਵਾਈ ਹੈ, ਪਰ ਉਹ ਦਵਾਈ ਕੀ ਆ? ਦਵਾਈ ਇਹ ਆ, ਆਪਣੀ ਮੱਤ ਨੂੰ ਉੱਚੀ ਕਰ, ਆਪਣੀ ਸੋਚ ਨੂੰ ਬਦਲ, ਆਪਣੇ ਆਪ ਨੂੰ ਬਦਲ। ਜਦੋਂ ਤੂੰ ਸੋਚ ਬਦਲਣੀ ਨਾ, ਮੱਤ ਨੂੰ ਗੁਰੂ ਦਾ ਗਿਆਨ ਰੂਪੀ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਆਟੋਮੈਟਿਕ ਚੇਤਾ ਰੱਖੀ, ਜਦੋਂ ਮੱਤ ਨੂੰ ਖੁਰਾਕ ਮਿਲਣ ਲੱਗੀ ਨਾ, ਅਖੰਡ ਕੀਰਤਨ ਤਨ ਭੋਜਨ ਚੂਰਾ, ਜਦੋਂ ਤੇਰੇ ਜੀਵਨ ਵਿੱਚ ਅਖੰਡ ਕੀਰਤਨ ਚੱਲ ਪਿਆ। ਹੁਣ ਬਹੁਤ ਬਾਹਰੀ ਤੌਰ ਤੇ ਨਾਮ ਦਿੱਤੇ ਮੈਨੇ ਸੰਸਥਾਵਾਂ ਨੂੰ, ਜੀ ਆ ਅਖੰਡ ਕੀਰਤਨੀਏ ਨੇ, ਜੀ ਉਹ ਫਲਾਨੇ ਨੇ, ਜੀ ਉਹ ਫਲਾਨੇ ਨੇ, ਉਹ 24 ਘੰਟੇ ਕੀਰਤਨ ਕਰਦੇ, ਉਹ 12 ਘੰਟੇ ਕਰਦੇ ਆ, ਉਹ 14 ਘੰਟਿਆਂ ਦਾ ਸਿਮਰਨ ਆ, ਉਹਨਾਂ ਦਾ 20 ਘੰਟਿਆਂ ਦਾ ਸਿਮਰਨ ਆ। ਮੈਂ ਕਦੇ ਕਦੇ ਸੋਚਦਾ ਹੁੰਨਾਗਾ ਵੀ ਇਹ ਸਰੀਰਕ ਤਲ ਤੇ 24 ਘੰਟੇ 12 ਘੰਟੇ 18 ਘੰਟੇ ਡੱਕੇ ਹੀ ਨਹੀਂ ਕੰਮ ਕਰਦੇ। ਇਹ ਕਿਉਂ? ਇਸ ਕਰਕੇ ਨਹੀਂ ਕੰਮ ਕਰਦੇ, ਉਹ ਆਪਾਂ ਰੌਲਾ ਪਾ ਰਹੇ ਆ, ਰੌਲਾ ਪਾਉਣੇ ਆ ਨਾ। ਉਹ ਰੌਲੇ ਚੋਂ ਨਿਕਲੂ ਕੀ? ਕੁਛ ਵੀ ਨਹੀਂ ਨਿਕਲਣਾ, ਨਾ ਨਿਕਲਿਆ ਕੁਛ। ਹਾਂ, ਇੱਕੋ ਅਲੱਗ ਵਿਸ਼ਾ ਅਭਿਆਸ ਹੋਣਾ ਜ਼ਰੂਰੀ ਆ ਸਾਡੀ ਜ਼ੁਬਾਨ ਤੇ, ਰੱਬ ਦਾ ਨਾਮ ਹੋਣਾ ਜ਼ਰੂਰੀ ਆ। ਉਹ ਰੱਬ ਦਾ ਨਾਮ ਜ਼ੁਬਾਨ ਤੇ ਲਿਆਉਣ ਲਈ ਕੁਝ ਸੁਣਨਾ ਪਵੇਗਾ ਤੇ ਕੁਝ ਬੋਲਣਾ ਪਵੇਗਾ, ਕਿਉਂਕਿ ਬਾਣੀ ਕੰਠ ਕਰਨ ਦਾ ਤਰੀਕਾ ਨਾ, ਬਾਣੀ ਨੂੰ ਸਮਝਣ ਦਾ ਤਰੀਕਾ ਨਾ, ਕਿ ਜਿਹੜੀ ਚੀਜ਼ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਵੱਧ ਵਰਤਣ ਲੱਗ ਜਾਓਗੇ, ਉਹ ਆਟੋਮੈਟਿਕ ਤੁਹਾਡੀ ਜ਼ੁਬਾਨ ਤੇ ਆ ਜਾਵੇਗੀ। ਹੁਣ ਅੱਜ ਕਿਸੇ ਬੱਚੇ ਤੋਂ ਮਰਜ਼ੀ ਸੁਣ ਲਓ, ਕਿਸੇ ਬਜ਼ੁਰਗ ਤੋਂ ਸੁਣ ਲਓ, ਕੀ ਨਾਰਾ ਲੱਗਿਆ ਹੋਇਆ ਹੈਗਾ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਹੁਣ ਉਹ ਨਾਰਾ ਸਿੱਖਣ ਦੇ ਲਈ ਆਪਾਂ ਸਕੂਲ ਵਿੱਚ ਥੋੜੀ ਗਏ, ਕਿਸੇ ਕਾਲਜ ਵਿੱਚ ਤਾਂ ਨਹੀਂ ਗਏ। ਬਸ ਗੱਲ ਕੀ ਆ, ਉਹ ਸਾਡੀ ਜ਼ਿੰਦਗੀ 'ਚ ਆ ਗਈ ਗੱਲ, ਘਰਾਂ 'ਚ ਵੀ ਆ ਗਈ, ਸੜਕਾਂ ਤੇ ਵੀ ਆ ਗਈ, ਉਹ ਰੜੇ ਮੈਦਾਨਾਂ ਵਿੱਚ ਵੀ ਆ ਗਈ, ਉਹ ਗੱਡੀਆਂ ਬੱਸਾਂ ਤੇ ਵੀ ਆ ਗਈ, ਉਹਦੇ ਬੈਨਰ ਬਣ ਕੇ ਵੀ ਲੱਗ ਗਏ, ਉਹਨੂੰ ਦੇਖਣ ਨੂੰ ਵੀ ਉਹੀ ਮਿਲ ਰਿਹਾ, ਸੁਣਨ ਨੂੰ ਵੀ ਉਹੀ ਮਿਲ ਰਿਹਾ ਹੈਗਾ। ਜਿੱਥੇ ਵੀ ਜਾਂਦੇ ਆ ਉਹੀ ਗੱਲ ਚੱਲ ਰਹੀ ਆ, ਉਹੀ ਗੱਲ ਚੱਲਦੀ ਹੈ ਨਾ, ਕਿਸਾਨ ਮਜ਼ਦੂਰ ਏਕਤਾ ਜਾਂ ਕਿਸਾਨ ਯੂਨੀਅਨ ਜਿੰਦਾਬਾਦ, ਇੱਕੋ ਹੀ ਗੱਲ ਚੱਲ ਪਈ। ਬੱਚਾ ਵੀ ਉਹੀ ਕਹਿੰਦਾ, ਬਜ਼ੁਰਗ ਵੀ ਉਹੀ ਕਹਿੰਦਾ, ਕਾਰਨ ਉਹ ਸਾਡੇ ਸਾਹਮਣੇ ਆ ਗਈ, ਗੁਰਬਾਣੀ ਸਾਡੇ ਸਾਹਮਣੇ ਪਾਸੇ ਹੋਊਗੀ। ਬਸ ਇਹੀ ਗੱਲ ਆ, ਗੁਰਬਾਣੀ ਯਾਦ ਨਹੀਂ ਹੁੰਦੀ, ਗੀਤ ਯਾਦ ਹੋ ਜਾਂਦੇ ਆ, ਕਿਉਂ? ਟੀਵੀ ਵਿੱਚ ਚੱਲਦੇ ਆ ਨਾ, ਉਹ ਫੋਟੋ ਵੀ ਦਿੰਦੀ ਆ, ਜੋ ਐਕਸ਼ਨ ਮਾਰਦਾ ਨਾ ਉਹ ਬੰਦਾ, ਬੁੜੀ ਕੋਈ ਵੀ ਆ, ਉਹ ਵੀ ਸਾਨੂੰ ਦਿੰਦਾ, ਅਸੀਂ ਵੀ ਉਵੇਂ ਚਲਾਤਾ ਕੰਮ। ਮਤਲਬ ਜੋ ਅਸੀਂ ਵੇਖਿਆ, ਜੋ ਸੁਣਿਆ, ਉਦਾਂ ਦਾ ਸਾਡਾ ਸੁਭਾਅ ਬਣ ਗਿਆ। ਇਸੇ ਕਰਕੇ ਮਨ ਆ ਜਿਹੜਾ ਉਹ ਮੋਟਾ ਹੋ ਗਿਆ, ਮਨ ਵੱਡਾ ਹੋ ਗਿਆ, ਮਨ ਨੂੰ ਖੁਰਾਕ ਮਿਲਣ ਲੱਗੀ ਤੇ ਪਰ ਮਤ ਨੂੰ ਖੁਰਾਕ ਨਹੀਂ ਮਿਲੇਗੀ। ਬਸ ਇੰਨਾ ਕੰਮ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਨਾ, ਆਪਣੀ ਮਤ ਨੂੰ ਖੁਰਾਕ ਦੇ। ਉਹ ਕਿਹੜੀ ਖੁਰਾਕ ਦੇਣੀ ਆ? ਅਖੰਡ ਕੀਰਤਨ ਤਨ ਭੋਜਨ ਚੂਰਾ, ਭੋਜਨ ਚੂਰਮਾ, ਆ ਚੂਰੀ ਖਵਾ। ਕਿਹੜੀ? ਵਿਚਾਰ ਦੀ ਚੂਰੀ ਆਪਣੀ ਮਤ ਨੂੰ ਦੇ। ਜਦੋਂ ਆਪਣੀ ਮਤ ਨੂੰ ਵਿਚਾਰ ਦੀ ਚੂਰੀ ਦੇਵਾਂਗੇ ਨਾ, ਫਿਰ ਮਤ ਵੱਡੀ ਹੋਣ ਲੱਗ ਜੂ, ਮਤ ਦਾ ਵਿਕਾਸ ਹੋਣ ਲੱਗ ਜੂਗਾ। ਉਹ ਵਿਕਾਸ ਦੇ ਵਿੱਚੋਂ ਫਿਰ ਵਿਗਾਸ ਨਿਕਲਣਾ। ਨਾਨਕ ਭਗਤਾਂ ਸਦਾ ਵਿਗਾਸ। ਫਿਰ ਅੱਗੇ ਜਦੋਂ ਵਿਗਾਸ 'ਚ ਪਹੁੰਚ ਗਏ ਨਾ, ਫਿਰ ਕੀ ਆ? ਸੁਣਿਆ ਦੁੱਖ ਪਾਪ ਕਾ ਨਾਸ, ਮਤਲਬ ਕਹਿਣ ਤੋਂ ਭਾਵ ਅੱਗੇ ਜਾ ਕੇ ਸਾਰੀ ਹੱਲ ਨੇ, ਫਿਰ ਤਾਂ ਕੋਈ ਬਿਮਾਰੀ ਹੈ ਹੀ ਨਹੀਂ ਗੀ। ਚਲੋ ਇੱਥੇ ਵਿਸ਼ਾ ਸੀ ਵੀ ਆਪਾਂ ਆਪਣੇ ਮਨ ਨੂੰ ਉੱਚਾ ਨਹੀਂ ਕਰਨਾ, ਚਲਾਕੀਆਂ ਛੱਡ ਦੇਣੀਆਂ। ਮਨ ਚਲਾਕ ਆ, ਮਤ ਸਿਆਣੀ ਆ, ਸਿਆਣਪ ਤੋਂ ਕੰਮ ਲੈਣਾ। ਆਪਾਂ ਕੱਲ ਸੁਣਿਆ ਸੀ ਨਾ ਵੀ ਕੋਮਲਤਾ ਦੇ ਵਿੱਚੋਂ ਵਿਵੇਕਤਾ ਦਾ ਜਨਮ ਹੁੰਦਾ। ਤੇ ਹੁਣ ਬਾਬੇ ਨਾਨਕ ਨੂੰ ਦੇਖੋ ਕਿੰਨਾ ਕੋਮਲ ਆ। ਬਾਬੇ ਨਾਨਕ ਦਾ ਜੀਵਨ, ਉਹਨਾਂ ਦਾ ਹਿਰਦਾ ਕਿੰਨਾ ਕੋਮਲ ਆ। ਉਹ ਕੌਡੇ ਰਸਕ ਤੇ ਵੀ ਤਰਸ ਕਰ ਗਿਆ, ਤੇ ਅੱਜ ਕਰਕੇ ਦਿਖਾਓ। ਗੱਲ ਤਾਂ ਪਹੁੰਚ ਗਈ ਨਾ ਪ੍ਰੈਕਟੀਕਲ ਰੂਪ ਦੇ ਵਿੱਚ, ਵੀ ਕਰਿਆ ਕਿ ਨਹੀਂ ਕੀਤਾਗਾ। ਵੀ ਸੋਚਣ ਵਾਲੀ ਗੱਲ ਆ। ਬਾਬਾ ਨਾਨਕ ਦਾ
ਆਪਾਂ ਨੂੰ ਪਤਾ ਵੱਡੇ ਵੱਡੇ ਨਾ ਦੁਖਿਆਰਿਆਂ ਤੇ ਪਾਪੀਆਂ ਤੇ ਵੀ ਤਰਸ ਦੀ ਭਾਵਨਾ ਅੱਜ ਕਰਕੇ ਦੇਖੋ ਆਪਾਂ ਵੀ ਗੱਲ ਬਣਦੀ ਆ ਜਾਂ ਨਹੀਂ ਬਣਦੀਗੀ। ਬਸ ਉਹਨਾਂ ਦੇ ਜੀਵਨ ਚ ਕੋਮਲਤਾ ਨਾ, ਕੋਮਲਤਾ ਦੇ ਵਿੱਚੋਂ ਵਿਵੇਕ ਨਿਕਲਿਆ, ਸਿਆਣਪ ਨਿਕਲੀ। ਤੇ ਅੱਜ ਸਾਡੀ ਸਿਆਣਪ ਆ ਜਿਹੜੀ ਕੋਮਲਤਾ, ਉਹ ਦੋਨੇ ਚੀਜ਼ਾਂ ਹੀ ਖੰਭ ਲਾ ਕੇ ਉੱਡ ਗਈਆਂ, ਉਹ ਖੜੀਆਂ ਨਹੀਂ ਹਨ। ਬਸ ਇੰਨਾ ਹੀ ਫਰਕ ਆ। ਤਾਈਓ ਪਾਤਸ਼ਾਹ ਨੇ ਕਹਿਤਾ ਵੀ ਆਪਾਂ ਗੁਰੂ ਤੋਂ ਮਤ ਲੈ ਕੇ ਮਨ ਨੂੰ ਲਿੱਸਾ ਕਰਨਾ, ਮਤ ਨੂੰ ਖੁਰਾਕ ਦੇਣੀ ਆ, ਮਤ ਨੂੰ ਵੱਡਾ ਕਰਨਾ, ਮਨ ਨੂੰ ਨੀਵਾਂ ਕਰਨਾ। ਅੱਜ ਵੱਧ ਗਿਣਤੀ ਉਹਨਾਂ ਸਾਡੇ ਭਰਾਵਾਂ ਦੀ, ਸਮਾਜ ਦੀ ਹੈ ਜਿਨ੍ਹਾਂ ਦਾ ਮਨ ਉੱਚਾ ਹੋ ਗਿਆ, ਮਤ ਨੀਵੀਂ ਹੋ ਗਈ। ਭਾਵੇਂ ਪੜ੍ਹਨ ਨੂੰ ਅਸੀਂ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਸੁਬਾਹ ਨਿਤਨੇਮੀ, ਸ਼ਾਮ ਨਿਤਨੇਮੀ, ਅਰਦਾਸ ਦੇ ਵਿੱਚ ਜ਼ਿਕਰ ਕਰਦੇ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ। ਪਰ ਗੌਰ ਕਰਕੇ ਦੇਖੋ ਵੀ ਹੋ ਗਿਆ ਜਾਂ ਨਹੀਂ ਹੋਇਆ। ਇੱਕ ਬੱਚੇ ਦਾ ਕੱਦ ਛੋਟਾ ਨਾ, ਉਹਨੂੰ ਭਾਵਨਾ ਅੰਦਰੋਂ ਮੈਂ ਵੱਡਾ ਕੱਦ ਕਰਨਾ। ਉਹ ਡਾਕਟਰ ਕੋਲੇ ਗਿਆ, ਜੀ ਮੈਨੂੰ ਦਵਾਈ ਦਿਓ ਮੇਰਾ ਕੱਦ ਵੱਡਾ ਹੋ ਜੇ। ਉਹ ਕੀ ਕਰਦਾ, ਉਹ ਰੋਜ਼ ਮਿਣਦਾ ਆਪਣੇ ਆਪ ਨੂੰ, ਰੋਜ਼ਾਨਾ ਮਿਣਦਾ, ਵਧਣ ਲੱਗ ਗਿਆ। ਉਹ ਸੂਤਾਂ 'ਚ ਵਧਣ ਲੱਗਦਾ ਗਾ, ਬਿਲਕੁਲ ਥੋੜੇ ਤੋਂ ਥੋੜੇ ਪੁਆਇੰਟ 'ਚ ਵਧਣ ਲੱਗਦਾ ਗਾ। ਉਹਨੂੰ ਖੁਸ਼ੀ ਚੜ੍ਹਦੀ ਹੈ, ਮੈਂ ਵੱਡਾ ਹੋਣ ਲੱਗ ਗਿਆ, ਮੇਰਾ ਕੱਦ ਲੰਬਾ ਹੋਣ ਲੱਗ ਗਿਆ, ਉਹਨੂੰ ਖੁਸ਼ੀ ਚੜ੍ਹਦੀ ਹੈ ਨਾ। ਹੁਣ ਸੋਚੋ, ਅਸੀਂ ਕਦੇ ਇੰਚੀ ਟੇਪ ਨਹੀਂ ਚੱਕਿਆ ਗਾ ਵੀ ਜਿਹੜੇ ਇੰਚੀ ਟੇਪ ਨਾਲ ਨਾ ਅਸੀਂ ਆਪਣੇ ਮਨ ਨੂੰ ਮਿਣਨਾ ਸ਼ੁਰੂ ਕਰ ਦੇਗੇ ਵੀ ਮਨ ਲਿੱਸਾ ਹੋਣ ਲੱਗ ਗਿਆ ਜਾਂ ਨਹੀਂ ਹੋਣ ਲੱਗਿਆ। ਮਨ ਨੂੰ ਖੁਰਾਕ ਘਟਾਈ ਆ ਜਾਂ ਨਹੀਂ ਘਟਾਈ, ਮਨ ਨੂੰ ਹਉਮੈ ਹੰਕਾਰ ਦੇ ਪੱਠੇ ਪੈ ਰਹੇ ਆ ਕਿ ਨਹੀਂ ਪੈ ਰਹੇ। ਬਸ ਇੰਨੀ ਦੇਖਣਾਗਾ। ਚਲੋ ਪਾਤਸ਼ਾਹ ਨੇ ਜ਼ਿਕਰ ਕੀਤਾ ਸੀ ਹਮ ਨੀਵੀਂ, ਮੈਂ ਨੀਵੀਂ ਤੇ ਅੱਗੇ ਮੇਰਾ ਮਾਲਕ ਉਹ ਉੱਚਾ। ਹਮ ਨੀਵੀਂ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ। ਮੈਂ ਮੇਰੇ ਮਾਲਕ ਦੇ ਮੋਢਿਆਂ ਨੂੰ ਹੱਥ ਕਿਵੇਂ ਲਾਵਾਂ, ਉਹ ਉੱਚਾ ਮੈਂ ਨੀਵਾਂ। ਮਾਲਕ ਵਰਗਾ ਕਿਵੇਂ ਬਣਾ। ਹੁਣ ਬਾਪੂ ਦਾ ਕੱਦ ਵੱਡਾ, ਬੱਚੇ ਦਾ ਕੱਦ ਛੋਟਾ। ਇੱਥੋਂ ਆਪਣੀ ਵਿਚਾਰ ਅੱਗੇ ਖੁੱਲੀ ਸੀ ਪਾਸੇ। ਹੁਣ ਬੱਚੇ ਨੇ ਬਾਪੂ ਵਰਗਾ ਬਣਨਾ, ਕਿਵੇਂ ਬਣੂਗਾ। ਬਸ ਇੱਕ ਕਹਾਵਤ ਆ, ਸੁਭਾਅ ਬਦਲਣਾ, ਆਪਣਾ ਸੁਭਾਅ ਬਾਪੂ ਦੇ ਸੁਭਾਅ ਵਰਗਾ ਬਣਨਾ। ਬਾਪੂ ਦੇ ਸੁਭਾਅ ਵਰਗਾ ਸੁਭਾਅ ਬਣ ਗਿਆ ਨਾ, ਕੱਦ, ਮੋਟਾਈ, ਲੰਬਾਈ, ਚੜਾਈ ਸਭ ਵਿੱਚ ਆ ਜੂਗੀ। ਜੇ ਬਾਪੂ ਤੋਂ ਸੁਭਾਅ ਉਲਟਾ ਗਾ, ਫਿਰ ਭਾਵੇਂ 2 ਇੰਚ ਬਾਪੂ ਨਾਲੋਂ ਕੱਦ ਵੱਡਾ ਹੋ ਜੇ, ਫਿਰ ਉਹ 2 ਇੰਚ ਕੱਦ ਵੱਡਾ ਮਿਹਣਾ ਨਹੀਂ ਰੱਖਦਾ ਕੋਈ। ਬਸ 2 ਇੰਚ ਫੁੱਟ ਨੀਵੇਂ ਹੋਈਏ ਨਾ, ਪਰ ਸੁਭਾਅ ਬਾਪੂ ਵਰਗਾ ਬਣ ਗਿਆ, ਜ਼ਿੰਦਗੀ ਬਦਲ ਜੂਗੀ। ਹੁਣ ਗੁਰੂ ਕੀ ਕਹਿੰਦਾ, ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਨਹੀਂ ਕਿਹਾ ਵੀ ਜਿਹਦਾ ਕੱਦ ਮੇਰੇ ਵਰਗਾ ਹੋਇਆ, ਜਿਹਦਾ ਨੈਣ ਨਕਸ਼ਾ ਮੇਰੇ ਵਰਗਾ ਹੋਇਆ, ਜਿਹਨੇ ਦੁਮਾਲਾ ਮੇਰੇ ਵਰਗਾ ਬੰਨ ਲਿਆ, ਜਿਹਨੇ ਚੋਲਾ ਮੇਰੇ ਵਰਗਾ ਪਾਲਿਆ। ਨਾ ਨਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸਕਾ ਚਿਹਰਾ। ਗੱਲ ਕਿੱਥੇ ਪਹੁੰਚ ਗਈ ਜੋ ਆਪਾਂ ਇਤਿਹਾਸਕ ਬਚਨ ਪੜ੍ਹਦੇ ਸੁਣਦੇ ਆ। ਫਿਰ ਪਾਤਸ਼ਾਹ ਜੀ ਕਹਿੰਦੇ ਮਿਲਿਆ ਕਿਵੇਂ ਜਾਵੇਗਾ। ਗੁਰ ਮੇਲੀ ਬੋ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ। ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਅਪਣਾ ਕੇ ਹੀ ਗੁਰੂ ਵਰਗਾ ਬਣਿਆ ਜਾ ਸਕਦਾ ਹੈ, ਆਪਣੇ ਬਾਪੂ ਦੇ ਮੋਢਿਆਂ ਤੇ ਹੱਥ ਲਾਇਆ ਜਾ ਸਕਦਾ ਹੈ। ਫਿਰ ਅੱਗੇ ਪਾਤਸ਼ਾਹ ਕਹਿੰਦੇ ਮਿਲ ਸ਼ਬਦ ਸੁਭਾਏ ਆਪ ਗਵਾਏ। ਸ਼ਬਦ ਨਾਲ ਜੁੜਨਾ, ਆਪਣੇ ਵਿੱਚੋਂ ਹਉਮੈ ਗਵਾਉਣੀ ਹੈ, ਆਪ ਗਵਾਏ। ਫਿਰ ਕੀ ਕਰਨਾਗਾ, ਰੰਗ ਸਿਓ ਰਲੀਆ ਮਾਣੇ। ਦੇਖ, ਇੱਕ ਤਾਂ ਮਨ ਪਿੱਛੇ ਰੰਗ ਲੱਗ ਕੇ ਰੰਗ ਰਲੀਆਂ ਮੰਨਣੀਆਂ ਨੇ, ਉਹ ਗਲਤ ਆ। ਇੱਕ ਮੱਤ ਪਿੱਛੇ ਲੱਗ ਕੇ ਰੰਗ ਰਲੀਆਂ ਮੰਨਣੀਆਂ ਨੇ, ਉਹ ਸਹੀ ਆ। ਦੇਖੋ ਗੁਰੂ ਨੇ ਨਾ ਕਿਸੇ ਕੰਮ ਤੋਂ ਸਾਨੂੰ ਹਟਾਇਆ ਨਹੀਂ, ਉਹ ਕੰਮ ਕਰਨ ਦਾ ਢੰਗ ਬਦਲਿਆ। ਬਸ ਤੁਸੀਂ 1 ਤੋਂ ਲੈ ਕੇ ਨਾ 100 ਤੱਕ ਕੰਮ ਗਿਣ ਲਓ, ਜਿੰਨੇ ਮਾੜੇ ਕੰਮ ਨੇ। ਮੰਨ ਲਓ ਵਾਹਿਗੁਰੂ ਭਲਾ ਕਰੇ, ਤੇ ਵਿਚਾਰ ਆਪਾਂ ਕਦੇ ਫਿਰ ਕਰਾਂਗੇ। ਤੇ ਸੰਖੇਪ ਇੱਕ ਥੋੜਾ ਜਿਹਾ ਇਸ਼ਾਰਾ ਗਾ ਵੀ ਜਿੰਨੇ ਮਾੜੇ ਕੰਮ ਨੇ ਉਹਨਾਂ ਨੂੰ ਇੱਕ ਪੇਜ ਤੇ ਲਿਖ ਲਓ। ਉਹਨਾਂ ਕੰਮਾਂ ਨੂੰ ਫਿਰ ਗੁਰੂ ਨੂੰ ਪੁੱਛ ਲਓ, ਤੂੰ ਰੋਕਿਆਗਾ। ਗੁਰੂ ਕਹਿੰਦਾ ਠੀਕ ਹੈ, ਮੈਂ ਬੋਲਣ ਚ ਮੈਂ ਕਹਿੰਦਾ ਰਿਹਾ ਵੀ ਇਹ ਕੰਮ ਛੱਡ ਦੇ, ਇਹ ਕੰਮ ਛੱਡ ਦੇ, ਇਹ ਕੰਮ ਛੱਡ ਦੇ, ਇਦਾਂ ਕਹਿੰਦਾ ਰਿਹਾ। ਬਾਣੀ ਚੋਂ ਆਵਾਜ਼ ਆਈ ਆ, ਪਰ ਚੇਤਾ ਰੱਖੀ ਛੱਡਣ ਤੋਂ ਭਾਵ ਕੀ ਸੀ। ਮੇਰੇ ਅੰਦਰ ਦੀ ਭਾਵਨਾ ਇਹੀ ਸੀ ਵੀ ਇਹਨਾਂ ਕੰਮਾਂ ਨੂੰ ਤੂੰ ਰੂਪ ਬਦਲ ਦੇ, ਇਹਨਾਂ ਦਾ ਬਸ ਇਹਨਾਂ ਦਾ ਰੂਪ ਬਦਲ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਮੰਨਿਆ, ਇਸ ਦੇ ਹੀ ਅੰਦਰ 5 ਚੋਰ ਬਸੇ। ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਿਨਾਂ ਜ਼ਿੰਦਗੀ ਦਾ ਵਿਕਾਸ ਨਹੀਂ ਹੈ।
ਪਰ ਉਹਨੂੰ ਬਦਲਣਾ, ਰੂਪ ਬਦਲ ਕੇ ਦੇਣਾਗਾ। ਤਾਈਓ ਗੁਰੂ ਸਾਹਿਬ ਨੇ ਕਿਹਾਗਾ, ਕਹਿੰਦੇ ਰੰਗ ਰਲੀਆਂ ਮਾਨਣੀਆਂ ਨੇ ਪਰ ਮਨ ਪਿੱਛੇ ਲੱਗ ਕੇ ਨਹੀਂ, ਆਪਣੇ ਮਤ ਪਿੱਛੇ ਲੱਗ ਕੇ ਮੰਨਣੀਆਂ ਨੇ। ਫਿਰ ਅੱਗੇ ਪਾਸ਼ਾ ਕਹਿੰਦੇ ਸੇਜ ਸੁਖਾਲੀ ਜਾ ਪ੍ਰਭ ਭਾਇਆ, ਹਰ ਹਰ ਨਾਮ ਸਮਾਣੇ। ਫਿਰ ਉਹ ਵਾਹਿਗੁਰੂ ਨੇ ਸਾਨੂੰ ਅਜਿਹੀ ਸੇਜ ਦਿੱਤੀ ਹੈ ਜਿਸ ਸੇਜ ਤੇ ਬੈਠ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦਰੁਸਤ ਕਰ ਸਕਦੇ ਹਾਂ। ਨਾਨਕ ਸੁਹਾਗਣ ਸਾ ਵਡਭਾਗੀ, ਉਹ ਸੁਹਾਗਣਾ ਨੇ, ਉਹ ਵਡਭਾਗੀ ਨੇ ਕੌਣ? ਜਿਨ੍ਹਾਂ ਦੇ ਜੀਵਨ ਵਿੱਚ ਚੱਲੇ ਸਤਿਗੁਰ ਭਾਏ, ਗੁਰੂ ਦੀ ਮੱਤ ਆਵੜਦੀ ਹੈ। ਹਮ ਨੀਵੀਂ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ। ਮੈਂ ਨੀਵੀਂ ਹਾਂ, ਮੇਰਾ ਮਾਲਕ ਉੱਚਾ ਹੈ, ਮੈਂ ਉਹਨੂੰ ਕਿਵੇਂ ਮਿਲਾਂ। ਇੱਥੋਂ ਤੱਕ ਸਮਾਪਤੀ ਹੈ। ਬੋਲਦਿਆਂ ਤੋਂ, ਪਾਵਨ ਬਾਣੀ ਪੜ੍ਹਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।